ਬਾਈ ਸ਼ਿਵਚਰਨ ਜੱਗੀ ਗੁੱਸੇ ਹੋਣਾ ਦੀ ਆ ਬਾਹਰ ਨੂੰ ਭੇਜਣਾ ਤੇ ਏਜੰਟਾਂ ਦੇ ਕੋਲ ਵੀਜ਼ੇ ਦੇ ਲਈ ਜਿੱਦਾਂ ਲੋਕ ਉੱਥੇ ਜਾਂਦੇ ਆ ਪੈਸਾ ਦਿੰਦੇ ਆ ਉਹਦੇ ਤੇ ਆਧਾਰਿਤ ਹੈ। ਭਾਊ ਤੇ ਜੋਗਿੰਦਰ ਰਾਤ ਨੂੰ ਬਾਹਰਲੇ ਘਰੋਂ ਬੋਤਲ ਕੱਢ ਲਿਆ, ਦੁੱਖ ਸੁੱਖ ਸਾਂਝਾ ਕਰਦੇ, ਸਕੀਮਾਂ ਘੜਦੇ ਰਹਿੰਦੇ ਸੀਗੇ। ਜੀਤ ਕੌਰ ਉਹਨਾਂ ਨਾਲ ਹਰ ਰੋਜ਼ ਕੁੱਤੇ ਖਾਣੀ ਕਰਦੀ, ਪਰ ਉਹ ਜੀਤ ਕੌਰ ਨੂੰ ਗੋਲਦੇ ਕੱਖ ਨਹੀਂ ਸੀਗੇ। ਢੀਠ ਪਸ਼ੂ ਵਾਂਗੂ ਗਿੱਟੇ ਤੇ ਸੋਟੀ ਖਾ ਕੇ ਲੱਤ ਫੇਰ ਉਸੇ ਥਾਂ ਤੇ ਧਰ ਲੈਂਦੇ। ਧੀਰ ਚੁੱਪ-ਚਾਪ ਪੜ੍ਹਦੀ ਰਹਿੰਦੀ ਜਾਂ ਫਿਰ ਮਾਂ ਨਾਲ ਥੋੜਾ ਮੋਟਾ ਕੰਮ ਧੰਦਾ ਕਰਨ ਲੱਗ ਜਾ ਕਰੇ, ਚੱਕਣ ਧੰਨ ਕਰਵਾ ਦਿੰਦੇ ਸੀਗੇ। ਉਹ ਘਰ ਦੇ ਕਿਸੇ ਕਲੇਸ਼ ਦੇ ਵਿੱਚ ਹਿੱਸਾ ਨਹੀਂ ਸੀ ਲੈਂਦੀ, ਨਾ ਕੋਈ ਦਖਲ ਦੇਣਾ ਚਾਹੁੰਦੀ ਸੀ। ਉਹਦੇ ਹਿਸਾਬ ਨਾਲ ਤਾਂ ਜਦ ਹੀ ਉਹਨੇ ਸੁਰਤ ਸੰਭਾਲੀ ਨਾ, ਸੱਚੀ ਉਹਨੇ ਖੇਬੜਦੇ ਦੇਖਿਆ ਆਪਣੇ ਮਾਂ ਪਿਓ। ਕਿਤੇ ਦੇਖਿਆ ਨਹੀਂ ਵੀ ਪਿਆਰ ਦੀ ਗੱਲ ਵੀ ਕੋਈ ਪਿਆਰ ਨਾਲ ਸਮਝਾਉਂਦੇ ਹੋਣ ਇੱਕ ਦੂਜੇ ਵੱਲ। ਲੜਦੇ ਹਮੇਸ਼ਾ ਦੇਖਦੀ ਰਹਿੰਦੀ ਸੀ। ਫਿਰ ਉਹਨਾਂ ਦੀ ਆਪ ਹੀ ਸੁਲ੍ਹਾ ਸਫਾਈ ਹੋ ਜਾ ਕਰੇ। ਜੋਗਿੰਦਰ ਵੀ ਗੱਲ ਬਹੁਤੀ ਰੜਕਣ ਵਾਲਾ ਹੈ ਨਹੀਂ ਸੀ। ਕਿਸੇ ਗੱਲੋਂ ਝਗੜਾ ਹੋਇਆ ਤੇ ਗਲ ਦੇ ਉੱਪਰ ਤੋਂ ਬਾਅਦ ਕੰਮ ਖਤਮ, ਬਸ ਇੱਥੇ ਹੀ ਕੰਮ ਖਤਮ, ਸਵਿਚ ਆਫ ਕਰ ਦਿੰਦਾ ਸੀ ਵੀ ਚਲੋ ਲੜਾਈ ਹੋਈ ਗੱਲ ਖਤਮ, ਫਿਰ ਦੂਸਰੇ ਪਾਸੇ ਨੂੰ ਗੱਲ ਲੈ ਜਾਣੀ। ਜਿਹੜੇ ਦਿਨ ਜੀਤ ਕੌਰ ਨਾਲ ਲੜਦਾ ਉਹ ਦਿਨ ਬਾਹਰੋਂ ਰੂੜੀ ਮਾਰਕਾ ਦਾ ਪਊਆ ਪਰੇਡ ਜ਼ਰੂਰ ਕਰਕੇ ਆਉਂਦਾ। ਆਉਣ ਸਾਰੀ ਜੀਤ ਕੌਰ ਨੂੰ ਸੁੱਕਾ ਜਿਹਾ ਖੰਗੂਰਾ ਮਾਰ ਮੇਰੇ ਵਰਗਾ ਸਾਧ ਬੰਦਾ ਨਹੀਂ ਤੈਨੂੰ ਲੱਭਣਾ ਜੀਤ ਕਰੇ, ਜੀਤ ਕਰੇ ਮੇਰੇ ਵਰਗਾ ਸਾਧ ਬੰਦਾ ਨਹੀਂ ਤੈਨੂੰ ਲੱਭਣਾ। ਤਾਂ ਜੀਤ ਕੌਰ ਹੋਰ ਆਕੇ ਆਖਦੀ, ਹੁਣ ਮੈਂ ਧੌਲੇ ਝਾਟੇ ਵਾਲੀ ਤੈਨੂੰ ਛੱਡ ਕੇ ਬੁੱਢੇ ਨਾਲ ਕਿਸੇ ਹੋਰ ਨੂੰ ਲੱਭਣ ਚਲੇ ਜਾਵਾਂ? ਸ਼ਰਮ ਦਾ ਘਾਟਾ ਇਹ ਬੰਦੇ ਨੂੰ। ਤੇ ਜੋਗਿੰਦਰ ਹੋਰ ਉੱਪਰਲਾ ਪੱਤਾ ਸੁੱਟਦਾ, ਮੈਂ ਤਾਂ ਸੱਤਾਂ ਸਾਧਾਂ ਵਰਗਾ ਇੱਕੋ ਹੀ ਬੰਦਾ ਹੈਂ। ਉਹਦੇ ਆਖਣ ਤੇ ਜੀਤ ਕੌਰ ਹੋਰ ਖਿੱਚਿਆ ਕਰੇ, ਆਹਾ ਜੇ ਕਿਤੇ ਤੇਰੇ ਵਰਗੇ 2-4 ਸਾਧ ਹੋਰ ਹੁੰਦੇ ਮੈਂ ਕਹਿੰਦੀ ਸਾਰਾ ਜੱਗ ਨਾ ਤਰ ਜਾਂਦਾ ਸਾਰਾ ਜੱਗ, ਤੈਨੂੰ ਦੱਸਾਂ। ਤਾਂ ਜੋਗਿੰਦਰ ਸਿੰਘ ਆਪਣਾ ਦਿਲ ਕੱਢ ਕੇ ਆਖਦਾ, ਲਿਆ ਰੋਟੀ ਪਾ ਕੇ ਦੇ, ਪਾਣੀ ਦੇ ਹੱਥ ਦੇ, ਰਾੜ ਕੇ ਦੇਈ ਪੂਰੀ ਰਾੜ ਕੇ। ਤੇ ਉਹਨਾਂ ਦੇ ਸਾਰੇ ਗਿਲੇ ਸ਼ਿਕਵੇ ਜਿਹੜੇ ਉਹ ਦੂਰ ਹੋ ਜਾ ਕਰਨ। ਜੇ ਕੋਈ ਗਵਾਂਢਣ ਜੀਤ ਕੌਰ ਨੂੰ ਆ ਕੇ ਲੜਾਈ ਦਾ ਜ਼ਿਕਰ ਵੀ ਕਰਦੀ, ਸਿੰਗੜੀ ਛੇੜਦੀ, ਨਹੀਂ ਰਾਤ ਜੋਗਿੰਦਰ ਫੇਰ ਗਾਲਾਂ ਦੇਈ ਜਾਂਦਾ ਸੀ ਤੈਨੂੰ। ਗਵਾਂਢਣਾਂ ਨੂੰ ਆਦਤ ਹੁੰਦੀ ਜਾਣ ਕੇ ਛੇੜਨ ਦੀ। ਇਹ ਤਾਂ ਭਾਈ ਨਿੱਤ ਦਾ ਹੀ ਕੰਮ ਹੈ, ਮਾੜੀ ਗੱਲ ਹੈ ਬਾਹਲੀ ਮਾੜੀ ਗੱਲ ਹੈ। ਤੈਨੂੰ ਰਾਤ ਫੇਰ ਮੈਂ ਤਾਂ ਸੁਣਿਆ ਕੰਨ ਲਾ ਕੇ, ਹੋਰ ਮੈਨੂੰ ਤਾਂ ਇਹ ਵੀ ਕਹਿੰਦੇ ਵੀ ਇਹਨਾਂ ਦੀ ਸੁਲ੍ਹਾ ਸਫਾਈ ਕਰਾ ਦਿਆ ਕਰ। ਨਾ ਭਾਈ ਮੈਂ ਕਿਹਾ ਰੱਬ ਦਾ ਡਰ, ਮੈਂ ਤਾਂ ਨਹੀਂ ਜਾਂਦੀ। ਤਾਂ ਜੀਤ ਕੌਰ ਹੁਣ ਉਹਨੂੰ ਪਤਾ ਸੀ ਵੀ ਜਾਣ ਕੇ ਆ, ਤਸੱਲੀ ਕਰਵਾ ਦਿਆ ਕਰੇ। ਮੇਰਾ ਮਾਲਕ ਹੈ ਭੈਣੇ, ਚਾਹੇ ਮੈਨੂੰ ਰੋਜ਼ ਗਾਲਾਂ ਦੇਵੇ, ਹਰ ਵਕਤ ਗਾਲਾਂ ਕੱਢੇ, ਤੈਂ ਦੱਸ ਭਲਾ ਕੀ ਲੈਣਾ? ਮੇਰਾ ਉਹ ਬੰਦਾ, ਮੈਂ ਉਹਦੀ ਤੀਵੀਂ, ਨਾਲ ਕਿਸੇ ਨੂੰ ਸਾਡੇ ਨਾਲ ਕੀ ਇਲਾਕਾ ਦੇਖਿਆ? ਅਸੀਂ ਤਾਂ ਨਿੱਤ ਲੜਾਂਗੇ, ਨਿੱਤ ਅਸੀਂ ਇੱਕ ਹੁੰਨੇ ਆ। ਅਗਲੀ ਮੂੰਹ ਦੀ ਖਾ ਕੇ ਜਾਂਦੀ, ਚੁੱਪ-ਚਾਪ ਤੁਰ ਜਾ ਕਰੇ। ਅਗਲੇ ਦਿਨ ਭਾਊ ਤੇ ਜੋਗਿੰਦਰ ਨੇ ਆੜਤੀ ਦੇ ਮੁੰਡੇ ਬਬਲੂ ਤੋਂ 3 ਏਕੜ ਜ਼ਮੀਨ ਤੇ ਨੰਬਰ ਲਿਜਾ ਕੇ ਦਿੱਤੇ। 7 ਲੱਖ ਰੁਪਏ ਤੇ ਅੰਗੂਠਾ ਛਾਪਤਾ। ਪੈਸੇ ਹੱਥ ਹੇਠ ਕਰਕੇ ਟੁੰਡੇ ਏਜੰਟ ਕੋਲ ਚਲੇ ਗਏ। ਟੁੰਡੇ ਕੋਲ ਅੱਜ ਵੀ ਮੇਲਾ ਲੱਗਿਆ ਸੀ। ਲੋਕ ਅੱਗੋਂ ਪਿੱਛੇ ਹੋਏ ਪਏ, ਹਾਹਾਕਾਰ ਮੱਚੀ ਫਿਰੇ, ਹਫੜਾ ਦਫੜੀ ਸੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਸੀਗੀ। ਬਾਰੀ ਆਉਣ ਤੇ ਇਹ ਵੀ ਅੰਦਰ ਚਲੇ ਗਏ। ਹਾਂਜੀ ਸਾਹਿਬ ਬਹਾਦਰ, ਹੁਕਮ ਕਰੋ। ਟੁੰਡੇ ਨੇ ਛੋਟੀ ਜਿਹੀ ਐਨਕ ਜਿਹੜੀ ਉਹ ਅੱਖਾਂ ਦੇ ਉੱਪਰ ਜੀ, ਹੁਕਮ ਕਾਹਦਾ ਬਾਦਸ਼ਾਹੋ, ਅਸੀਂ ਤਾਂ ਅਰਜ਼ ਲੈ ਕੇ ਹਾਜ਼ਰ ਹੋਏ ਹਾਂ। ਭਾਊ ਨੇ ਨਿਮਰਤਾ ਨਾਲ ਥੋੜ੍ਹਾ ਜਿਹਾ ਉੱਤਰ ਮੋੜਿਆ, ਤੁਸੀਂ ਪਿਛਲੀ ਵਾਰੀ ਆਪਣੀ ਲੜਕੀ ਭੇਜਣ ਬਾਰੇ ਆਖ ਰਹੇ ਸੀ ਨਾ, ਤੁਹਾਨੂੰ ਅਜੇ ਤੱਕ ਯਾਦ ਆ ਮਹਾਰਾਜ? ਯਾਦ ਰੱਖਣਾ ਪੈਂਦਾ ਯਾਦ। ਦਿਮਾਗ ਥੋੜਾ ਹੈ, ਕੰਪਿਊਟਰ ਹੈ ਕੰਪਿਊਟਰ। ਪਤਾ ਕੰਪਿਊਟਰ ਕੀ ਹੁੰਦਾ? ਚਿੱਪ ਪੈਂਦੀ ਹੈ ਉਹ 'ਚ, ਚਿੱਪ ਛੋਟੀ ਜੀ, ਹੱਥਾਂ ਦੇ ਨਾਲ ਉੱਪਰ ਨੂੰ ਕਰਕੇ ਕਹੇ ਛੋਟੀ ਜੀ, ਬਸ ਜਿਹੜੀ ਗੱਲ ਦਿਮਾਗ 'ਚ ਅੰਦਰ ਵੜ ਗਈ ਮਰਿਆਂ ਤੋਂ ਹੀ ਨਿਕਲੋ। ਹੁਣ ਦੱਸੋ ਕੀ ਵਿਚਾਰ ਆ? ਵਿਚਾਰ ਕਾਹਦਾ ਜੀ, ਸਾਡੇ ਵੱਲੋਂ ਤਾਂ ਚੀਜ਼ ਤਿਆਰ ਆ। ਕੱਲ ਨੂੰ ਫਿਰ ਲੜਕੀ ਨੂੰ ਲੈ ਆਇਓ, ਉਹਦਾ ਪਾਸਪੋਰਟ 12 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਲੈ ਆਇਓ, ਸਰਟੀਫਿਕੇਟ ਲੈ ਆਇਓ, ਤੇ ਕੰਮ ਨੂੰ ਆਪਾਂ ਅੱਗੇ ਤੁਰਦਾ ਕਰੀਏ। ਹੋਰ ਜਾਓ ਤੁਸੀਂ ਹੁਣ, ਬਸ ਪੈਸੇ ਦਾ ਧਿਆਨ ਰੱਖਿਓ ਥੋੜਾ ਜਿਹਾ, ਉਧਾਰ ਨਹੀਂ ਮੈਂ ਕਰਦਾ। ਸਾਨੂੰ ਥੋੜਾ ਜਿਹਾ ਲਿਖ ਕੇ ਦੇ ਦਿੰਦੇ ਜੀ, ਸਾਡਾ ਦਿਮਾਗ ਹੈ ਨਹੀਂ ਇੰਨਾ। ਜੋਗਿੰਦਰ ਸਿੰਘ ਕਹਿੰਦਾ, ਸਾਡਾ ਕਿੱਥੇ ਦਿਮਾਗ ਆ ਜੀ ਇੰਨਾ, ਥੋੜਾ ਜਿਹਾ ਲਿਖ ਕੇ ਦੇ ਦਿੰਦੇ। ਟੁੰਡੇ ਨੇ ਲੈਟਰ ਪੈਡ ਜਿਹਾ ਪੜ੍ਹਿਆ, ਇਹ ਤੇ ਸਾਰਾ ਕੁਝ ਲਿਖਿਆ ਹੋਇਆ, ਆ ਲਓ ਕਿੱਟ ਹੈ ਪੂਰੀ, ਗੁੱਡੀ ਨੂੰ ਦਿਖਾ ਦਿਓ, ਪੜ੍ਹੀ ਲਿਖੀ ਆ, ਆਪੇ ਪੜ੍ਹ ਲੂ। ਅੱਜ ਦੀ ਮੰਡੀਰ ਕਿੱਥੇ ਪੜ੍ਹੀ ਲਿਖੀ ਹੈ ਜੀ? ਮਾਸਟਰੀਆਂ ਤਾਂ ਉੱਥੇ ਸਵਾਟਰ ਬੁਣੀ ਜਾਂਦੀਆਂ ਨੇ, ਜਵਾਕਾਂ ਨੂੰ ਭਲਾ ਸਵਾਹ ਪੜਾਉਣਾ? ਨਹੀਂ, ਇੰਨਾ ਕੁ ਤਾਂ ਪੜ੍ਹ ਹੀ ਲੈਂਦੀ ਹੋਣੀ ਹੈ। ਨਾਲੇ ਜੇ ਨਾ ਪੜ੍ਹੀ ਤਾਂ ਫਿਰ ਮਾਸਟਰਨੀ ਨੂੰ ਪੜ੍ਹਾ ਦਿਓ। ਰਕਮ ਕਿੰਨੀ ਦੇਣੀ ਪੈਣੀ ਹੈ ਜੀ?
ਪੂਰੇ 3 ਲੱਖ, 3 ਉਂਗਲਾਂ ਖੜੀਆਂ ਕਰਤੀਆਂ, ਪੂਰੇ 3 ਲੱਖ। ਟੁੰਡੇ ਨੇ ਵੱਡੀ ਚੀਚੀ ਵਾਲੀ ਹੱਥ ਦੀਆਂ 3 ਉਂਗਲਾਂ ਖੜੀਆਂ ਕਰਤੀਆਂ। ਕੱਲ ਨੂੰ ਕਿੰਨੇ ਵਜੇ ਆ ਜੀ? ਪੂਰੇ 9 ਵਜੇ ਆ ਜਿਓ ਤੁਸੀਂ ਕੱਲ ਨੂੰ। ਫਾਈਲ ਫਿਰ ਆਪਾਂ ਤੁਹਾਡੀ ਭੇਜ ਹੀ ਦੇਣੀ ਆ। ਹੁਣ ਏਜੰਟਾਂ ਦੀ ਪੂਰੀ ਚਾਂਦੀ, ਜਿਹੜੇ ਲੋਕ ਜ਼ਮੀਨ ਦੇ ਨੰਬਰਾਂ ਤੇ ਕਰਜ਼ਾ ਕੁਰਜ਼ਾ ਚੁੱਕਣ ਦੇ ਸਮਰੱਥ ਸੀ ਉਹਨਾਂ ਨੇ ਤਾਂ ਕੰਮ ਚਲਾ ਲਿਆ, ਪਰ ਜਿਹੜੇ ਕੋਲ ਹੈ ਕੁਛ ਨਹੀਂ ਸੀਗੇ, 7-7 ਲੱਖ ਦੀ ਜਗ੍ਹਾ ਤੇ 10-10 ਲੱਖ ਦੇ ਪ੍ਰਨੋਟ ਲਗਵਾ ਕੇ ਜਾਲੀ ਬੈਂਕ ਬੈਲੈਂਸ ਦਿਖਾ ਕੇ ਐਮਬੈਸੀਆਂ ਦੀਆਂ ਸ਼ਰਤਾਂ ਦਾ ਢਿੱਡ ਭਰਿਆ ਜਾ ਰਿਹਾ ਸੀਗਾ। ਹੋਰ ਤਾਂ ਹੋਰ ਪ੍ਰਨੋਟਾਂ ਵਿੱਚ ਅਗਲਿਆਂ ਦੇ ਘਰ ਤੱਕ ਲਿਖਵਾਏ ਜਾ ਰਹੇ ਸੀ ਤਾਂ ਕਿ ਲੋੜ ਪੈਣ ਤੇ ਕੁਰਕ ਕੀਤੇ ਜਾ ਸਕਣ। ਅੰਨੀ ਪੀਸ ਰਹੇ ਸੀ, ਕੁੱਤੇ ਚੱਟ ਰਹੇ ਸੀਗੇ। ਮਾਪਿਆਂ ਕੋਲੋਂ ਖੱਲ ਖੂੰਜਾ ਸੀਗਾ ਜਿਹੜਾ, ਉਹ ਵੀ ਸਾਰਾ ਕੁਝ ਦਾਅ ਤੇ ਲਾ ਕੇ ਔਲਾਦ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਅੱਗੇ ਵੀ ਖੂਹ ਚੈਟੀ ਸੀ, ਕਿਸੇ ਨੂੰ ਕਿਸੇ ਦੇ ਭਵਿੱਖ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ ਸੀ। ਅੱਗੇ ਜਾ ਕੇ ਬੱਚਿਆਂ ਦੀ ਜ਼ਿੰਦਗੀ ਸੰਵਰਨੀ ਆ ਕਿ ਨਹੀਂ ਸੰਵਰਨੀ, ਕਰਨਾ ਕੀ ਆ, ਪਹੁੰਚਣਗੇ ਕਿ ਨਹੀਂ ਪਹੁੰਚਣਗੇ, ਕਿਹੜੇ ਹਾਲ 'ਚ ਹੋਣਗੇ ਜਾਂ ਨਾ ਹੋਣਗੇ। ਬਸ ਟੁੱਲ ਲਾ ਕੇ ਗੇਂਦ ਅੱਗੇ ਅਗਲੇ ਪਾੜੇ 'ਚ ਸੁੱਟ ਦੇਣੀ ਆ, ਜਿਵੇਂ ਮਰਜ਼ੀ ਹੋਵੇ, ਬਸ ਇੱਕ ਵਾਰ ਭੇਜ ਦੀਏ। ਕਰਮਚਾਰੀਆਂ ਨਾਲ ਮਿਲ ਕੇ ਬੈਂਕ ਦੀਆਂ ਜਾਲੀ ਕਾਪੀਆਂ ਤਿਆਰ ਕਰ ਕਰਕੇ ਐਮਬੈਸੀ ਤੋਰੀ ਜਾ ਰਹੇ ਸੀਗੇ। ਜਦ ਇੱਕ ਬੈਂਕਚਾਰੀ ਦੇ ਫਰਾਡ ਦਾ ਭੇਤ ਖੁੱਲਿਆ, ਪੰਜਾਬ 'ਚ ਹਾਹਾਕਾਰ ਮਚ ਗਈ। ਬਸ ਫਿਰ ਜਾਨੂੰ ਕੋਈ ਹੋਰ ਖਬਰ ਆ ਗਈ ਤੇ ਉਹ ਗੱਲ ਆਈ ਗਈ ਹੋ ਗਈ। ਤੁਸੀਂ ਫਿਰ ਐਂ ਕਰਿਓ, ਤੁਹਾਨੂੰ ਮੈਂ ਉੱਕਾ ਬੁੱਕਾ ਦੱਸ ਦੇਣਾ। ਹੁਣ ਤਾਂ ਤੁਸੀਂ 10ਵੇਂ ਦਿਨ ਨੂੰ ਆ ਜਿਓ। 10ਵੇਂ ਦਿਨ ਨੂੰ, ਹਾਂ ਰਹਿਣ ਦਿਓ ਪੜਾਉਣ ਨੂੰ, 10ਵੇਂ ਦਿਨ ਤੱਕ ਕੰਮ ਹੋ ਜੂ। ਹੁਣ ਪੂਰੇ 10 ਦਿਨ ਬਾਅਦ ਭਾਊ ਤੇ ਜੋਗਿੰਦਰ ਨੇ ਟੁੱਡੇ ਏਜੰਟ ਕੋਲ ਗੇੜਾ ਮਾਰਿਆ। ਦੁਨੀਆ ਅੱਜ ਵੀ ਉੱਥੇ ਉਨੀ ਹੋਈ। ਟੁੱਡੇ ਦਫ਼ਤਰ ਵਿੱਚ ਐਨ ਜਣੀ ਦਲੀ ਦੇ ਮੜੀ ਸੀ। ਉਹਨਾਂ ਨੂੰ ਜਲਦੀ ਆਵਾਜ਼ ਪੈ ਗਈ। ਹੁਣ ਟੁੰਡਾ ਅੱਜ ਜ਼ਿਆਦਾ ਹੀ ਰੁੱਝਿਆ ਹੋਇਆ ਸੀਗਾ। ਆਓ ਜੀ ਸਾਹਿਬ ਬਾਦਰ, ਬੈਠੋ ਬੈਠੋ, ਬੜਾ ਜ਼ੋਰ ਨਾਲ ਕਿਹਾ ਨੇ, ਕੁਰਸੀ ਵੱਲ ਇਸ਼ਾਰਾ ਜਿਹਾ ਕਰਕੇ। ਹੁਕਮ ਕਰੋ ਜਨਾਬ। ਭਾਊ ਨੇ ਉਹਦੇ ਸਾਹਮਣੇ ਬਿਰਤੀ ਲਵਾਉਣ ਵਾਲੇ ਵਾਂਗ ਬੈਠ ਗਿਆ। ਕੀ ਨਾਂ ਸੀ ਆਪਣੀ ਗੁੱਡੀ ਦਾ? ਹੁਣ ਨਾਂ ਨਹੀਂ, ਹੁਣ ਕਿੱਧਰ ਗਈ ਚਿੱਪ? ਭਾਊ ਆਪਦੇ ਦਿਮਾਗ 'ਚ ਸੋਚਿਆ। ਉਦੋਂ ਤਾਂ ਕਹਿੰਦਾ ਸੀ ਕੰਪਿਊਟਰ ਚਿੱਪ, ਪਤਾ। ਹੁਣ ਪੁੱਛਦਾ ਕੀ ਨਾਂ ਸੀ ਆਪਣੀ ਗੁੱਡੀ ਦਾ? ਰਣਧੀਰ ਹੈ ਜੀ। ਹਾਂ ਸੱਚ, ਹਾਂ ਪਰਸੋਂ ਦੇ ਪੇਪਰ ਆ ਗਏ ਸੀਗੇ, ਤੁਸੀਂ ਆ ਲਓ ਫਾਰਮ ਤੇ ਇੰਟਰਵਿਊ ਕਰਵਾਓ। ਜੋਗਿੰਦਰ ਸਿੰਘ ਕੁਝ ਬੋਲਣ ਹੀ ਲੱਗਿਆ ਸੀ, ਪਰ ਭਾਊ ਨੇ ਉਹਦਾ ਹੱਥ ਘੁੱਟ ਲਿਆ ਜੋਗਿੰਦਰ ਸਿੰਘ ਦਾ। ਉੱਥੇ ਤੁਹਾਨੂੰ ਸਾਡਾ ਬੰਦਾ ਮਿਲ ਜਾਣਾ, ਇੰਟਰਵਿਊ 'ਚ ਮਦਦ ਕਰੂ ਤੁਹਾਡੀ, ਤੁਹਾਨੂੰ ਦੱਸੂ ਕਿ ਇੰਟਰਵਿਊ ਹੁੰਦੀ ਕਿੱਦਾਂ, ਕਿਹੜੇ ਸਵਾਲ ਪੁੱਛਣੇ ਆ, ਕਿਹੜੇ ਜਵਾਬ, ਸਭ ਕੁਝ ਦੱਸੂ, ਫਿਕਰ ਨਾ ਕਰਿਓ। ਉਹ ਫਾਰਮ ਲੈ ਕੇ ਬਾਹਰ ਆ ਗਏ। ਉਹ ਜੇ ਯਾਰ ਆਪਾਂ ਹੀ ਇੰਟਰਵਿਊ ਕਰਨੀ ਹੋਈ, ਉਹ ਇੰਟਰਵਿਊ ਨਹੀਂ, ਇੰਟਰਵਿਊ ਉਹ ਆਹੋ ਯਾਰ ਜਿਹੜਾ ਕੁਝ ਵੀ, ਜੇ ਆਪਾਂ ਹੀ ਇੰਟਰਵਿਊ ਕਰਨੀ ਹੋਈ, ਆ ਥੱਬਾ ਪੈਸਿਆਂ ਦਾ ਇਹਨੇ ਫਿਰ ਕਾਹਦਾ ਲੈ ਲਿਆ? ਇਹ ਤਾਂ ਆਰਾਮ ਨਾਲ ਹੀ ਕੁਲਸੀ ਤੇ ਇੰਸਪੈਕਟਰ ਬਣਿਆ ਯਾਰ। ਜੋਗਿੰਦਰ ਦੇ ਅੰਦਰੋਂ ਬਗਾਵਤ ਉੱਠ ਖੜੀ। ਉਹ ਤੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾ ਭਾਊ, ਬਲੱਡ ਪ੍ਰੈਸ਼ਰ ਚੈੱਕ ਕਰਾ। ਹੈ ਛੋਟੀ ਛੋਟੀ ਗੱਲ ਤੇ ਐਵੇਂ ਕਲੇਸ਼ ਖੜਾ ਕਰਨ ਲੱਗ ਜਾਣਾ। ਸਾਰਾ ਕੰਮ ਏਜੰਟ ਥੋੜੋ ਕਰਦੇ ਹੁੰਦੇ, ਆਪ ਨੂੰ ਵੀ ਹੱਥ ਪੱਲਾ ਹਿਲਾਉਣਾ ਪੈਂਦਾ। ਫਿਰ ਤਾਂ ਕੱਲ ਨੂੰ ਆਖੇਗਾ ਵੀ ਏਜੰਟ ਇੰਗਲੈਂਡ ਵੀ ਨਾਲ ਹੀ ਜਾਵੇ, ਐਂ ਥੋੜੋ ਜਾਂਦੇ ਹੁੰਦੇ ਨਾਲ। ਤੈਨੂੰ ਦੁਨੀਆ ਦੇ ਕਿਸੇ ਸਿਧਾਂਤ ਦਾ ਪਤਾ ਨਹੀਂ ਹੈ। ਨਾਲੇ ਯਾਰ ਜਦੋਂ ਅਸੀਂ ਹਲਵਾਈ ਲੈ ਕੇ ਆਉਨੇ ਆ, ਸਿੱਧਾ ਪਤਾ ਤਾਂ ਆਪਾਂ ਆਪਣੇ ਕੋਲੋਂ ਹੀ ਦਿੰਨੇ ਆ। ਫਿਰ ਚੱਕਣ ਧੰਨ ਚ ਉਹਨਾਂ ਦੀ ਹੈਲਪ ਕਰਦੇ ਨਹੀਂ, ਮਦਦ ਕਰਦੇ ਨਹੀਂ। ਹਲਵਾਈ ਸਾਰਾ ਕੁਝ ਕਿਤੇ ਆਪੇ ਤਾਂ ਨਹੀਂ ਕਰੀ ਜਾਂਦਾ। ਇਹ ਤਾਂ ਹੈ ਯਾਰ, ਇਹ ਤਾਂ ਗੱਲ ਤੇਰੀ ਸੱਚੀ ਹੈ। ਜੋਗਿੰਦਰ ਬਿਨਾਂ ਗੱਲੋਂ ਹੀ ਨਸ਼ਤਰ ਲਾਉਂਦਾ ਰਹਿੰਦਾ ਸੀ। ਗੱਲ ਤੇ ਟੋਟਕਾਈ ਉਹਦੀ ਬੁਰੀ ਬਾਣ ਬਣ ਗਈ ਸੀਗੀ। ਹੁਣ ਭਾਊ ਦੀ ਗੱਲ ਮੰਨ ਕੇ ਜੋਗਿੰਦਰ ਚੁੱਪ ਹੋ ਗਿਆ। ਅਗਲੇ ਦਿਨ ਧੀਰ ਨੂੰ ਲੈ ਕੇ ਇੰਟਰਵਿਊ ਤੇ ਚਲੇ ਗਏ। ਇੰਟਰਵਿਊ ਵਾਲੀ ਜਗ੍ਹਾ ਤੇ ਬਹੁਤ ਦੁਨੀਆ ਬਈ ਧੱਕਾ ਪਵੇ, ਪੁੱਛੋ ਨਾ। ਲਾਈਨ 'ਚ ਖੜੇ ਧੱਕੇ, ਪਾਣੀ ਪੀਣ ਨੂੰ ਨਾ ਮਿਲੇ। ਇੱਕ ਦੂਜੇ ਦੇ ਪੈਰ ਮਿੱਧਦੇ ਫਿਰਨ ਲੋਕੀ, ਤਾਂ ਇੱਕ ਦੂਜੇ ਨਾਲ ਲੜਨ ਭਿੜਨ ਲਈ ਤਿਆਰ ਹੋਏ ਪਏ। ਸ਼ਾਮ ਤੱਕ ਇੰਟਰਵਿਊ ਹੋ ਗਈ। ਲੈ ਭਾ, ਹੁਣ ਹਾਥੀ ਤਾਂ ਲੰਘ ਗਿਆ ਸੁੱਖ ਨਾਲ, ਤੇ ਹੁਣ ਤਾਂ ਬਸ ਪੂਛ ਹੀ ਬਾਕੀ ਹੈ। ਹੁਣ ਆਪਾਂ ਧੀਰ ਦੀ ਤਿਆਰੀ ਕਰੀਏ, ਰੱਬ ਸੁੱਖ ਰੱਖੇ, ਵੀਜ਼ਾ ਜਲਦੀ ਆ ਜਾਣਾ। ਭਾਊ ਪੈਗ ਪੀਣ ਤੋਂ ਬਾਅਦ ਅਚਾਰੀ ਤੁੱਕਾ ਜਿਹਾ ਮਾਰ ਕੇ ਬੋਲਿਆ ਵੀ ਤੇਰੇ ਮੂੰਹ 'ਚ ਕਿਉਂ ਸ਼ੱਕਰ? ਕਦੇ ਕਦੇ ਕੰਮ ਦੀ ਗੱਲ ਵੀ ਤੂੰ ਕਰ ਹੀ ਜਾਣਾ। ਗੱਲ ਤਾਂ ਮੈਂ ਹਮੇਸ਼ਾ ਹੀ ਕੰਮ ਦੀ ਕਰਦਾ ਭਾ, ਪਰ ਤੇਰਾ ਦਿਮਾਗ ਕਈ ਵਾਰ ਐਵੇਂ ਬਸ ਚੜਿਆ ਰਹਿੰਦਾ ਸੱਤੇ ਸਮਾਨੀ। ਗੱਲ ਮੈਂ ਹਮੇਸ਼ਾ ਪੱਤੇ ਦੀ 16 ਨੇ ਕਰਦਾ। ਜੇ ਤੇਰਾ ਦਿਮਾਗ ਹੀ ਛੱਤ ਨਹੀਂ ਚੜਿਆ, ਫਿਰ ਮੈਂ ਕੀ ਕਰਾਂ? ਇਹ ਤਾਂ ਉਹ ਗੱਲ ਹੋਈ, ਚੋਰ ਦੀ ਮਾਂ ਤੇ ਕੋਠੜੀ 'ਚ ਮੂੰਹ। ਹੈ ਤੂੰ ਫੇਰ ਵੱਡਵੀਂ ਗੱਲ ਕਰਨ ਲੱਗ ਪਿਆ ਯਾਰ। ਓਹੋ, ਬਹਿਮੀ ਬੰਦੇ ਦਾ ਵੀ ਯਾਰ ਕੋਈ ਇਲਾਜ ਨਹੀਂ ਹੈ। ਬਹਿਮੀ ਬੰਦੇ ਦਾ ਵੀ ਕੋਈ ਇਲਾਜ ਨਹੀਂ। ਗਧੇ ਨੂੰ ਦਿੰਦੇ ਸੀ ਲੋਨ, ਕਹਿੰਦੇ ਮੇਰੇ ਕੰਨ ਪਾੜਦੇ ਆ। ਅੱਛਾ, ਤੇ ਤੂੰ ਹੁਣ ਮੈਨੂੰ ਗਧੇ ਨਾਲ ਮਿਲਾਤਾ? ਉਹ ਤੂੰ ਤਾਂ ਆਪਣੇ ਆਪ ਹੀ ਮਿਲਾਈ ਜਾਂਦਾ ਭਾ, ਮੈਂ ਕਾਹਨੂੰ ਮਿਲਾਉਣਾ ਯਾਰ? ਮੈਂ ਤਾਂ ਉਹ ਦਲੀਲ ਦਿੱਤੀ ਹੈ ਯਾਰ। ਭਾਊ ਇੱਕ ਗੱਲ ਤੂੰ ਹੋਰ ਨਹੀਂ ਨੋਟ ਕੀਤੀ? ਕਿਹੜੀ ਭਾ? ਆਪਾਂ ਜਿੰਨੇ ਵਾਰੀ ਏਜੰਟ ਕੋਲ ਆਏ ਆ, ਉਹਦਾ ਕੱਦ ਜਿਹਾ ਮੈਨੂੰ ਪਹਿਲਾਂ ਨਾਲੋਂ ਮਧਰਾ ਲੱਗਿਆ। ਤੈਨੂੰ ਨਹੀਂ ਲੱਗਿਆ? ਥੋੜਾ ਜਿਹਾ ਹੱਸਿਆ। ਗੱਲ ਇਹ ਭਾ, ਕੁਝ ਬੰਦੇ ਮਾੜੇ ਕੱਪੜੇ ਦੀ ਕਿਸਮ 'ਚ ਹੁੰਦੇ ਆ, ਜਿਹੜੇ ਧੋ ਪਏ ਤੇ ਸੁੰਗੜਦੇ ਰਹਿੰਦੇ ਆ।
ਦੋਨੇ ਹੱਸ ਪਏ। ਹੁਣ ਉਹਨਾਂ ਨੂੰ ਤਾਂ ਇਹ ਸੀ ਕਿ ਵੀਜ਼ਾ ਲੱਗ ਜਾਣਾ। ਅੱਜ ਬੇਫਿਕਰ ਹੋਏ ਬੈਠੇ ਸੀ, ਦਾਰੂ ਦੇ ਨਸ਼ੇ 'ਚ ਮਸਤਾਨਾ ਹੋਇਆ ਭਾਊ ਗਾ ਰਿਹਾ ਸੀਗਾ। ਤੇ ਮੈਨੂੰ ਜਾਪਣ ਸ਼ੋਰ ਵੇ ਸਜਣਾ ਤੇਰੇ ਬਾਝੋਂ ਗੀਤ ਜਗਤ ਦੇ, ਜੱਚਦਾ ਨਾ ਕੋਈ ਹੋਰ ਵੇ ਸਜਣਾ ਤੇਰੇ ਬਾਝੋਂ ਇਸ ਜਗਤ ਤੇ। ਉਹ ਤੂੰ ਕਿਹੜੇ ਘਰਾਟ ਲਾਉਣ ਲੱਗ ਪਿਆ ਭਾ? ਬਸ ਘਰਾਟ ਕਾਹਦੀ ਹੈ, ਰਾਗ ਨਹੀਂ ਹੈ, ਘਰਾਟ ਨਹੀਂ ਹੈ। ਇਹ ਉਹ ਰਾਗ ਹੈ ਜਿਹਨੂੰ ਆਸ਼ਕ ਆਪਣੇ ਪ੍ਰੇਮ ਕਰਨ ਵਾਲੀ ਲਈ ਗਾਉਂਦੇ ਆ, ਭਗਤ ਆਪਣੇ ਰੱਬ ਲਈ ਗਾਉਂਦੇ ਆ। ਪਰ ਤੂੰ ਕਿਹਦੇ ਲਈ ਗਾਈ ਜਾਂਦਾ? ਭਾਈ ਬਾਰਿਸ਼ਾਂ ਨੇ ਕਿਹਾ ਸੀ, ਉੱਠ ਨੀ ਭਾਬੀਏ ਉੱਠ ਕੇ ਖੈਰ ਘੱਤੀ। ਵਾਹ ਪੈ ਗਿਆ ਨਾਲ ਕਪੱਤਿਆਂ ਦੇ। ਨਾ ਮੇਰੇ ਕੋਲ ਨਾ ਤਾਂ ਰੱਬ ਹੈ, ਨਾ ਮੈਨੂੰ ਕੋਈ ਪਿਆਰ ਕਰਨ ਵਾਲੀ ਹੈ। ਮੈਂ ਤਾਂ ਜਣਦਿਆਂ ਨੂੰ ਰੋਣਾ ਭਾਈ, ਪੀਤੀ 'ਚ ਭਾਊ। ਹੁਣ ਥੋੜਾ ਜਿਹਾ ਮਨ ਹੌਲਾ ਕਰਨ ਲੱਗੇ। ਹੋਰ ਯਾਰ ਮੇਰੇ ਕੋਲ ਤਾਂ ਮੇਰੀ ਕਿਸੇ ਰੱਬ ਰੁੱਬ ਨੇ ਨਹੀਂ ਸੁਣੀ, ਤੈਨੂੰ ਦੱਸਾਂ। ਬਾਲਾ ਇੱਕ ਕਮਲ ਜਿਹਾ ਮਾਰਨ ਲੱਗ ਪੈਣਾ ਯਾਰ, ਐਵੇਂ ਨਹੀਂ ਰੋਈਦਾ, ਮਨ ਨਹੀਂ ਹੌਲਾ ਕਰੀ ਦਿੰਦਾ। ਤੈਨੂੰ ਕਿੰਨੀ ਯਾਰ ਇੱਕ ਵੀ ਤੂੰ ਦਾਰੂ ਤੇਰੇ ਪਚਦੀ ਨਹੀਂ ਹੈ, ਮੈਂ ਤੈਨੂੰ ਦੱਸਾਂ ਗੱਲ ਹੈ। ਨਾ ਪੀਆ ਕਰ, ਇੰਨੀ ਨਾ ਪੀਆ ਕਰ। ਜੋਗਿੰਦਰ ਨੇ ਉਹਨੂੰ ਥਾਪੜ ਕੇ ਉਹਦੀ ਕਮਜ਼ੋਰ ਰਗ ਫੜ ਲਈ। ਨਹੀਂ ਬਸ ਵੈਸੇ ਹੀ ਮਨ ਭਰਿਆ ਹੋਇਆ ਸੀ ਯਾਰ। ਇੱਕ ਗੱਲ ਵਾਰਿਸ ਸ਼ਾਹ ਨੇ ਹੋਰ ਬੜੀ ਵਧੀਆ ਲਿਖੀ ਹੈ, ਆਖੇ ਵਾਰਿਸ ਸ਼ਾਹ, ਜੇ ਰੱਬ ਦਿਆਲ ਹੋਵੇ ਖੇਤੀ ਉੱਗਦੀ ਭੁੱਜਿਆਂ ਦਾਣਿਆਂ ਦੀ। ਜੇ ਰੱਬ ਦਿਆਲ ਹੋ ਜਾਏ ਭੁੱਜਿਆਂ ਦਾਣਿਆਂ ਦੀ ਖੇਤੀ ਉੱਗ ਪੈਂਦੀ ਹੈ। ਵਾਹ ਵਾਹ ਜੀ ਵਾਹ, ਵਾਹ ਕਿਆ ਬਾਤ, ਕਿਆ ਬਾਤ। ਹੁਣ ਆਪਣੀ ਉਮਰ ਵੀ ਜਿਹੜੀ ਹੈਗੀ ਉੱਪਰ ਰੱਬ ਦਿਆਲ ਲੱਗਦਾ ਮੈਨੂੰ। ਆਪਣੀ ਧੀਰ ਦਾ ਲੱਗ ਜਾਣਾ ਵੀਜ਼ਾ ਤੇ ਫੇਰ ਘਰ ਦੇ ਵਿੱਚ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਬਥੇਰਾ ਧੰਦ ਪਿੱਟ ਲਿਆ ਤੂੰ ਵੀ, ਬਥੇਰੇ ਦੁਖਰੇ ਕੱਟ ਲਏ। ਭਾਊ ਇੱਕ ਗੱਲ ਦੱਸ ਯਾਰ, ਮੈਂ ਜਿਹਦੀ ਵੀ ਮਦਦ ਕੀਤੀ ਮੇਰਾ ਬੈਰੀ ਬਣਿਆ, ਪਰ ਤੂੰ ਮੇਰੇ ਹਰ ਕੰਮ ਆਉਣਾ। ਨਾਲੇ ਮੈਂ ਤੇਰੀ ਕਦੇ ਪੰਜੀ ਦੀ ਮਦਦ ਨਹੀਂ ਕੀਤੀ। ਭਾ ਆਹ ਦੇਖ, ਆ ਪੰਜ ਉਂਗਲਾਂ ਇੱਕੋ ਜਿਹੀ ਬਰਾਬਰ ਤਾਂ ਨਹੀਂ ਹੁੰਦੀਆਂ, ਬੰਦੇ ਬੰਦੇ 'ਚ ਵੀ ਫਰਕ ਹੁੰਦਾ। ਰੱਬ ਕਿਸੇ ਨੇ ਅੱਖੀ ਤਾਂ ਨਹੀਂ ਦੇਖਿਆ ਯਾਰ, ਰੱਬ ਬੰਦਿਆਂ 'ਚ ਹੀ ਬਸਦਾ, ਉਹਨਾਂ 'ਚ ਹੀ ਬਸ ਕੇ ਬੌੜਦਾ। ਕੋਈ ਸ਼ੱਕ ਨਹੀਂ ਪਾਉ, ਕੋਈ ਸ਼ੱਕ ਨਹੀਂ, ਰੱਬ ਸੱਚੀ ਤੇਰੇ ਵਰਗੇ ਬੰਦਿਆਂ 'ਚ ਹੀ ਬਸਦਾ। ਜੋਗਿੰਦਰ ਨੂੰ ਅਜੇ ਤੱਕ ਯਾਦ ਸੀ ਵੀ ਉਹਦੀ ਮਾਸੀ ਦੇ ਮੁੰਡੇ ਬਿੱਕਰ ਤੇ ਬਿਪਤਾ ਪਈ ਸੀ, ਤਾਂ ਹਲਫੀਆ ਜੋਗਿੰਦਰ ਕੋਲ ਪਹੁੰਚਿਆ ਸੀ ਹਫੜਿਆ ਹੋਇਆ, ਹਲਫੀਆ ਬਿਆਨ ਲੈਣ ਲਈ। ਮਾਸੀ ਦਾ ਮੁੰਡਾ, ਉਹ ਮਾਰੇ ਗਏ ਓਏ ਜੋਗਿੰਦਰਾ, ਮਾਰੇ ਗਏ ਓਏ, ਅਸੀਂ ਤਾਂ ਜਮਾ ਹੀ ਪੱਟੇ ਗਏ ਓਏ, ਓਏ ਜਮਾ ਹੀ ਪੱਟੇ ਗਏ। ਉਹਦਾ ਸਾਹ ਨਹੀਂ ਸੀ ਰਿਹਾ। ਉਹ ਕੀ ਹੋ ਗਿਆ? ਖੇਤ ਪਾਣੀ ਲਾ ਕੇ ਜੋਗਿੰਦਰ ਆਇਆ, ਉਹਦਾ ਕਾਲਜਾ ਨਿਕਲ ਗਿਆ ਵੀ ਹੋਇਆ ਕਿ ਉਹ ਹੋਇਆ ਕੀ ਆ। ਸਾਹ ਤਾਂ ਲਾਇਆ ਤੂੰ, ਪਾਣੀ ਦਾ ਪਾਣੀ ਪਿਲਾਏ ਨੂੰ, ਹੋਇਆ ਕੀ ਹੈ? ਹੁਣ ਤਾਂ ਵੀਰਿਆ ਸਮਝ ਲਾ ਕੁਛ ਨਹੀਂ ਬਚਿਆ, ਮਰਨਾ ਪਊ ਮੈਨੂੰ, ਮੈਂ ਤੈਨੂੰ ਦੱਸਾਂ ਮਰਨਾ ਪਊ। ਮੇਰੀ ਜਾਂਦੀ ਵਾਰ ਦੇ ਕਰ ਲੈ ਦਰਸ਼ਨ ਜਿਹੜੇ ਕਰਨੇ ਆ ਤੂੰ। ਮੈਂ ਚੱਲਿਆ ਮਰਨ ਯਾਰ, ਬਸ ਰੋਕੀ ਨਾ ਹੁਣ ਤੂੰ, ਮੈਨੂੰ ਨਾ ਰੋਕੀ ਬਸ। ਮੈਨੂੰ ਤਾਂ ਬਸ ਕੋਈ ਰੁੱਖ ਨਹੀਂ ਲੱਭਦਾ, ਮੈਂ ਤੈਨੂੰ ਦੱਸਾਂ। ਉਹ ਲੱਸੀ ਪੀ, ਉਹ ਲੱਸੀ ਯਾਰ ਮੇਰੇ ਲੰਘਦੀ ਆ, ਤੂੰ ਲੱਸੀ ਪੀ ਕਰੀ ਜਾਂਦਾ। ਕਿਉਂ ਤੈਨੂੰ ਗਲ ਘੋਟੂ ਹੋਇਆ, ਤੇਰੇ ਲੱਸੀ ਲੰਘਦੀ ਨਹੀਂ? ਪੀ ਲੈ ਯਾਰ ਤੂੰ। ਮੱਲੋ ਮੱਲੀ ਗਲਾਸ ਲੱਸੀ ਦਾ ਉਹਦੇ ਹੱਥੇ ਧਰਤਾ। ਬਿੱਕਰ ਨੇ ਔਖੇ ਸੌਖੇ ਲੱਸੀ ਦਾ ਗਲਾਸ ਅੰਦਰ ਸੁੱਟਿਆ। ਉਹਦਾ ਮਨ ਕੁਛ ਸ਼ਾਂਤ ਜਿਹਾ ਹੋਇਆ। ਮੈਂ ਕਰਜ਼ਾ ਲੈ ਕੇ ਯਾਰ, ਕਰਜ਼ਾ ਲੈ ਕੇ ਮੀਤਾ ਭੇਜਿਆ ਸੀ ਮਲਾਇਆ। ਆਹੋ ਮੈਨੂੰ ਪਤਾ, ਮੀਤਾ ਬਾਹਰ ਭੇਜਿਆ ਸੀ ਕਰਜ਼ਾ ਲੈ ਕੇ ਤੂੰ। ਉੱਥੇ ਜਾ ਕੇ ਪਤਾ ਨਹੀਂ ਉਹ ਯਾਰ ਪੈਰ ਲੱਗੇ ਆ ਕਿ ਨਹੀਂ ਲੱਗੇ, ਰੱਬ ਜਾਣੇ। ਚੰਗਾ ਭਲਾ ਇੱਥੋਂ ਗਿਆ ਸੀ, ਉੱਥੇ ਜਾ ਕੇ ਸ਼ਰੀਕ ਬਣ ਕੇ ਬਹਿ ਗਿਆ ਯਾਰ। ਮੈਂ ਤਾਂ ਕੀਤਾ ਸੀ ਛੋਟੇ ਭਰਾ ਦੇ ਨਾਂ ਨੂੰ, ਤੇ ਉਹਦੇ ਮਨ 'ਚ ਪਤਾ ਨਹੀਂ ਕੀ ਖੇਸਵਾ ਸੀ। ਇੱਕ ਪੰਜੀ ਨਹੀਂ ਭੇਜੀ ਉਹਨੇ। ਫਾਈਨੈਂਸ ਕੰਪਨੀ ਵਾਲੇ ਜਿਹੜੇ ਕਰਾਰ ਕਰਕੇ ਗਏ ਸੀ ਵੀ ਅਸੀਂ ਸਾਲ ਦੇ ਅੰਦਰ ਅੰਦਰ ਉਹਨਾਂ ਨਾਲ ਪੈਸੇ ਉਹਨਾਂ ਦੇ ਲਾ ਦਾਂਗੇ। ਹੁਣ ਸਾਲ ਤੋਂ ਤਾਂ ਟਾਈਮ ਉੱਪਰ ਲੰਘ ਗਿਆ, ਪੈਲੀ ਦੇ ਨੰਬਰ ਵੀ ਲੈ ਗਏ ਸੀ। ਅੱਜ ਜੀਪਾ ਜਿਹਾ ਲੈ ਕੇ ਆ ਗਏ ਸਾਜਰੇ ਮੇਰੇ ਘਰ ਦੇ ਅੱਗੇ। ਤੇ ਫਿਰ ਕੀ ਖਬਰ ਦੇ ਕੇ ਤੈਨੂੰ? ਉਹ ਕਹਿੰਦੇ ਨਹੀਂ ਤਾਂ ਆਪਦੇ ਕਰਾਰ ਵਾਲੇ ਪੈਸੇ ਤਾਰੋ, ਨਹੀਂ ਤੁਹਾਡੀ ਜ਼ਮੀਨ ਜਮੂਨ ਜਿਹਦੀ ਕੁਰਕੀ ਪੱਕੀ ਆ। ਮੈਂ ਤੁਹਾਨੂੰ ਦੱਸਾਂ ਗੱਲ। ਆਹੋ ਕੁਰਕੀ ਤਾਂ ਫਿਰ ਉਹਨਾਂ ਨੇ ਕਰਨੀ ਹੋਈ ਆ ਜਦੋਂ ਪੈਲੀ ਦੇ ਨੰਬਰ ਦਿੱਤੇ ਆ। ਸਾਡੀ ਤਾਂ ਵੱਡੇ ਭਾਈ ਪਿੰਡ 'ਚ ਬਦਨਾਮੀ ਹੋ ਜਾਣੀ ਆ, ਬਹੁਤ ਬਦਨਾਮੀ ਹੋਊ ਸਾਡੀ ਪਿੰਡ 'ਚ ਜੇ ਕੁਰਕੀ ਹੋ ਗਈ। ਕਿਸੇ ਨੂੰ ਮੂੰਹ ਦਿਖਾਉਣ ਜੋਕਰ ਨਹੀਂ ਰਹਿਣਾ, ਅਗਲੇ ਨਿੱਤ ਦਾੜੀ ਤੇ ਮੁੱਤਿਆ ਕਰਨਗੇ। ਤੂੰ ਯਾਰ ਮੀਤੇ ਨੂੰ ਫੋਨ ਮਾਰਨਾ ਸੀਗਾ, ਉਹਨੂੰ ਆਖ ਵੀ ਕਿਸੇ ਤੋਂ ਫੜ ਕੇ ਲਾ ਦੇਵੇ, ਹੌਲੀ ਹੌਲੀ ਲਾਈ ਜਾਇਓ। ਫਿਰ ਬਾਅਦ 'ਚ ਉਹ ਲਾਇਆ ਸੀ ਫੋਨ ਉਹਨੂੰ, ਕੰਜਰ ਨੂੰ ਵੀ ਜਮਾਂ ਗੱਲ ਨਹੀਂ ਗੋਲਦਾ। ਮੈਨੂੰ ਤਾਂ ਮੈਂ ਇਹਦਾ ਕਿਸੇ ਮੇਮ ਮੂਮ ਦੇ ਚੱਕਰ 'ਚ ਫਸ ਗਿਆ ਹੋਣਾ ਪੱਕਾ। ਨਹੀਂ ਬੰਦਾ ਯਾਰ ਇੰਨੇ ਕਾਲਜ ਦਾ ਕਰੂਰ ਤਾਂ ਨਹੀਂ ਹੁੰਦਾ। ਉਹ ਪਿੱਟਣ ਵਾਲਿਆਂ ਵਾਂਗੂ ਬਾਰ-ਬਾਰ ਇੱਕੋ ਗੱਲ ਕਰੀ ਜਾਵੇ। ਉਹ ਯਾਰ ਫੇਰ ਕੋਈ ਇੱਜ਼ਤ ਆ? ਮੇਮ ਉਹ ਤੂੰ ਯਾਰ ਮੇਮ ਦੇ ਮਾਰ ਗੋਲੀ ਹੈ। ਆਪਾਂ ਕਿਹੜਾ ਉਹਨੂੰ 5 ਛਨਾਨਾ ਕਰਾਉਣਾ। ਤੂੰ ਮੈਨੂੰ ਬਾੜ ਵਾਲੇ ਝਾਫੇ 'ਚੋਂ ਕੱਢ, ਮੈਨੂੰ ਹਾਰਟ ਅਟੈਕ ਹੋ ਜਾਣਾ ਯਾਰ, ਸੱਚੀ ਕਹਿਣਾ ਮੈਂ ਤੈਨੂੰ। ਤੇਰੀ ਭਰਜਾਈ ਵੀ ਨਾ ਸਵੇਰ ਦੀ ਆਪਦੇ ਪੇਕਿਆਂ ਨੂੰ ਬਸ ਚੜੀ ਆ ਵੀ ਜੇ ਉਧਰੋਂ ਭਰਾ ਮਦਦ ਮਿਲ ਜਾਵੇ ਤਾਂ ਸ਼ਾਇਦ ਕੁਛ ਗੱਲ ਬਣ ਜੂ। ਜੋਗਿੰਦਰ ਨੇ ਚੱਲਦਾ ਇੰਜਣ ਬੰਦ ਕਰਤਾ, ਘਰੇ ਆ ਗਈ। ਸਾਡੇ ਪਿੰਡ ਵਾਲਾ ਸਰਪੰਚ ਬੜਾ ਤੁਰਿਆ ਫਿਰਿਆ ਬੰਦਾ,
ਆਪਾਂ ਉਹਦੇ ਕੋਲ ਚੱਲਦੇ ਹਾਂ। ਚਾਹੇ ਖੂਹ ਖਾਤੇ ਲੈ ਜਾ ਬਾਈ, ਜਿੱਥੇ ਮਰਜ਼ੀ ਲੈ ਜਾ, ਪਰ ਮੇਰੀ ਆ ਖੁੱਬੀ ਹੋਈ ਜ਼ਰੂਰ ਕੱਢ ਦੇ, ਦੁਹਾਈ ਆਰਾਮ ਦੀ ਮੈਂ ਤੈਨੂੰ ਦੱਸਾਂ। ਚਾਹ ਪੀ ਕੇ ਸਰਪੰਚ ਕੋਲ ਚਲ ਗਿਆ। ਸਰਪੰਚ ਸੱਚੀ ਰੱਬ ਦੀ ਰੂਹ ਸੀਗਾ। ਅੱਜ ਤੱਕ ਕਿਸੇ ਦਾ ਉਹਨੇ ਇੱਕ ਪੈਸੇ ਦਾ ਰਵਾਦਾਰ ਨਹੀਂ ਸੀਗਾ। ਲੋੜਵੰਦ ਦੀ ਹਮੇਸ਼ਾ ਹੀ ਉਹ ਮਦਦ ਕਰਦਾ ਸੀ। ਜਗਰੂਪ ਸਿੰਘ, ਇਹਦਾ ਕਾਰਜ ਜ਼ਰੂਰ ਸਿਰੇ ਲਾਉਣਾ, ਜੋਗਿੰਦਰ ਨੇ ਸਰਪੰਚ ਨੂੰ ਆਖਿਆ। ਸਰਪੰਚ ਦਾ ਨਾਮ ਸੀ ਜਗਰੂਪ। ਦੇਖ ਗਿੰਦਰਾ, ਮੈਂ ਤੁਹਾਨੂੰ 1 ਸਾਲ ਦਾ ਸਮਾਂ ਲੈ ਦਿੰਦਾ। ਫਾਈਨੈਂਸ ਕੰਪਨੀ ਵਾਲੇ ਮੈਨੂੰ ਜਾਣਦੇ ਆ, ਪਰ ਸਾਲ 'ਚ ਤੁਹਾਨੂੰ ਪੈਸੇ ਤਾਂ ਤਾਰਨੇ ਪੈਣੇ ਆ ਯਾਰ। ਜੇ ਤੁਸੀਂ ਲਏ ਆ, ਭਲਾ ਜਵਾਕ ਬਾਹਰ ਤੋਰਿਆ, ਪੈਸੇ ਤਾਂ ਹੁਣ ਤੁਹਾਨੂੰ ਤਾਰਨੇ ਪੈਣੇ। ਕੁਰਕੀ ਹੋਣ ਤਾਂ ਥੋੜੀ ਮੈਂ ਸਾਲ ਲਈ ਤਾਂ ਦਿੰਦਾ ਬੱਚਾ। ਜੇ ਆ ਗਾਰ ਚੋਂ ਕੱਢ ਦੇਵੇਂ, ਮੈਂ ਤੇਰੇ ਪੈਰ ਧੋ ਪੀਊਂ ਸਰਪੰਚਾ, ਸੱਚੀ। ਕੱਲ ਨੂੰ ਚੱਲਾਂਗੇ ਆਪਾਂ, ਅੱਜ ਮੈਂ ਥੋੜਾ ਜਿਹਾ ਬਿਜ਼ੀ ਹਾਂ। ਕਿੰਨੇ ਵਜੇ ਆਈਏ ਕੱਲ ਨੂੰ? ਸਾਜਰੇ ਆ ਜਿਓ, ਸਵੇਰੇ ਆ ਜਿਓ, ਪਰ ਕਿਸੇ ਨੂੰ ਇਹਦੀ ਜਾਮਨੀ ਪਾਉਣ ਲਈ ਜ਼ਰੂਰ ਨਾਲ ਲੈ ਕੇ ਆਇਓ। ਜਾਮਨੀ? ਕਾਹਦੀ ਜਾਮਨੀ ਯਾਰ? ਮਤਲਬ ਕਿਸੇ ਨਾ ਕਿਸੇ ਨੂੰ ਤਾਂ ਇਹਦੀ ਜ਼ਿੰਮੇਵਾਰੀ ਚੱਕਣੀ ਪਊਗੀ। ਜ਼ਿੰਮੇਵਾਰੀ ਚੱਕਣ ਨੂੰ ਹੈਗਾ ਮੇਰਾ ਵੱਡਾ ਬਾਈ ਜੋਗਿੰਦਰ। ਸਰਪੰਚਾ, ਤੂੰ ਇਹਨੂੰ ਹੀ ਜਾਣਦਾ, ਮੈਂ ਨਾਲ ਇਹਨੂੰ ਤਾਂ ਹੀ ਲੈ ਕੇ ਆਇਆ। ਵੱਡੇ ਭਰਾ ਮੇਰਾ ਇਹ, ਉਹ ਮੈਨੂੰ ਕੱਢ ਦੇ ਇੱਥੋਂ। ਮੈਂ ਤਾਂ ਫਾਹਲ ਲੈਣ ਨੂੰ ਫਿਰਦਾ ਸੀ। ਜੋਗਿੰਦਰ ਮੈਨੂੰ ਕਹਿੰਦਾ ਸਰਪੰਚ ਕੋਲ ਚੱਲਦੇ ਆ। ਇਹ ਮੇਰਾ ਵੱਡਾ ਭਾਈ ਆ, ਇਹ ਮੈਨੂੰ ਸਰਪੰਚ ਆ, ਇਹ ਜਾਮਨੀ ਭਰੂ ਮੇਰੀ। ਇਹਦੇ ਬਿਨਾਂ ਮੇਰੀ ਜ਼ਿੰਮੇਵਾਰੀ ਹੋਰ ਕੌਣ ਚੱਕੂ ਭਲਾ? ਭਰਾ ਹੀ ਆਖਰ ਭਰਾ ਦੇ ਕੰਮ ਆਉਂਦਾ, ਬਾਹਾਂ ਹੁੰਦੇ ਆ ਭਰਾ। ਇਹਦੇ ਸਿਰ ਤੇ ਮੈਨੂੰ ਜਮਾਂ ਫਿਕਰ ਫਾਕਾ ਹੈ ਨਹੀਂ। ਬਿੱਕਰ ਨੇ ਜੋਗਿੰਦਰ ਤੋਂ ਪਹਿਲਾਂ ਹੀ ਬੋਲਣ ਤੇ ਮੂੰਹ ਬੰਦ ਕਰਤਾ। ਜੋਗਿੰਦਰ ਸਿੰਘ ਵੀ ਸਰਪੰਚ ਦੀ ਸ਼ਰਮ ਮੰਨ ਕੇ ਹੁਣ ਚੁੱਪ ਕਰ ਗਿਆ। ਮੂਹਰੇ ਸਰਪੰਚ ਆ, ਹੁਣ ਲੈ ਕੇ ਵੀ ਸਰਪੰਚ ਕੋਲ ਜੋਗਿੰਦਰ ਆਇਆ। ਹੁਣ ਕਹੇ ਤੇ ਕਹੇ ਕਿ ਚੁੱਪ ਕਰ ਗਿਆ ਵੀ ਕੀ ਕਹਾਂ ਯਾਰ। ਵੈਸੇ ਉਹਨੂੰ ਬਿੱਕਰ ਸਿੰਘ ਦੇ ਗਿੱਦੜਮਾਰ ਸੁਭਾਅ ਦਾ ਪਤਾ ਸੀ ਕਿ ਅਗਲੇ ਤੋਂ ਕੰਮ ਲੈਣ ਵੇਲੇ ਉਹ ਮਿੱਠੀਆਂ ਮਾਰ ਕੇ ਅਗਲੇ ਦੇ ਅੰਦਰ ਵੜ ਜਾਂਦਾ, ਪਰ ਲੋੜ ਪੈਣ ਤੇ ਫਿਰ ਪਤਾ ਨਹੀਂ ਕਿੱਧਰ ਭੱਜ ਜਾਂਦਾ, ਲੱਭਦਾ ਵੀ ਨਹੀਂ। ਅਗਲੇ ਦਿਨ ਸੂਰਜ ਦੀ ਪਹਿਲੀ ਕਿਰਨ ਸੀ, ਸਰਪੰਚ ਕੋਲ ਪਹੁੰਚ ਗਏ। ਸਰਪੰਚ ਵੀ ਤਿਆਰ ਬੈਠਾ, ਸਵੇਰੇ 9 ਵਜੇ ਫਾਈਨੈਂਸ ਕੰਪਨੀ ਕੋਲ ਪਹੁੰਚ ਗਏ। ਸਰਪੰਚ ਨੂੰ ਇਉਂ ਲੱਗਿਆ ਕਿ ਇਲਾਕੇ 'ਚ ਜਾਣੇ ਪਹਿਚਾਣੇ ਬੰਦਾ, ਉਹਨੇ ਇੱਜ਼ਤਦਾਰ ਬੰਦਾ ਸਮਝ ਕੇ, ਮੋਹਤਵਰ ਬੰਦਾ ਸੀ। ਕਹਿੰਦਾ ਜੀ ਆਓ ਆਓ, ਸਰਦਾਰ ਜਗਰੂਪ ਸਿੰਘ ਜੀ ਧਾਲੀਵਾਲ ਸਾਹਿਬ, ਆਓ ਤਸ਼ਰੀਫ ਰੱਖੋ, ਧੰਨ ਭਾਗ ਸਾਡੇ, ਤੁਸੀਂ ਦਰਸ਼ਨ ਦਿੱਤੇ ਆ, ਫੋਨ ਕਰ ਦੇਣਾ ਸੀ। ਫਾਈਨੈਂਸ ਕੰਪਨੀ ਦੇ ਸਾਰੇ ਕਰਮਚਾਰੀ ਸਰਪੰਚ ਦਾ ਬੜਾ ਸਤਿਕਾਰ ਕਰਨ ਉੱਡ ਕੇ ਮਿਲੇ। ਜਦ ਸਰਪੰਚ ਨੇ ਸਾਰੀ ਗੱਲ ਦੱਸੀ, ਜਾਮਨੀ ਤੇ ਆਖੜੀ ਗੱਲ ਵੀ ਜਾਮਨ ਕੌਣ ਬਣੂਗੀ ਇਹਦਾ, ਅਸੀਂ 1 ਸਾਲ ਦਾ ਸਮਾਂ ਤਾਂ ਦੇ ਦਾਂਗੇ। ਜੋਗਿੰਦਰ ਸਿੰਘ ਨੂੰ ਚੱਕਰ ਆ ਗਿਆ। ਚਲੋ ਜਾਮਨੀ ਤਾਂ ਮੈਂ ਦੇ ਦੂੰ, ਕਿਤੇ ਕੱਲ ਨੂੰ ਬਿੱਕਰ ਨਾ ਝੱਗਾ ਚੱਕ ਜਵੇ। ਕੱਲ ਨੂੰ ਇਹ ਖਸਮਾਂ ਨੂੰ ਖਾਣੇ ਮੇਰੇ ਕੁਰਕੀ ਕਰਦੇ ਫਿਰ ਮੈਂ ਕਿਹਨੂੰ ਮਾਂ ਨੂੰ ਮਾਸੀ ਆਖੂੰ ਬਈ। ਪਰ ਸਰਪੰਚ ਦੇ ਸਾਹਮਣੇ ਫਸੇ ਫਸਾਏ ਸ਼ਰਮ ਦੇ ਮਾਰੇ ਜੋਗਿੰਦਰ ਨੇ ਬਿੱਕਰ ਦੀ ਜਾਮਨੀ ਭਰਤੀ, ਗੂਠਾ ਛਾਪਤਾ। ਕੰਪਨੀ ਨੇ 1 ਸਾਲ ਦਾ ਸਮਾਂ ਦਿੱਤਾ। ਜਿਹੜੀ ਚੀਜ਼ ਤੋਂ ਡਰ ਸੀ ਜੋਗਿੰਦਰ ਨੂੰ, ਉਹੀ ਭਾਣਾ ਵਾਪਰ ਗਿਆ। ਬਿੱਕਰ ਨੇ ਤੁਰ ਫਿਰ ਕੇ ਪਤਾ ਕਰ ਲਿਆ ਸੀ ਜਾਮਨੀ ਜੋਗਿੰਦਰ ਦੇ ਨਾਂ ਤੇ ਲਿਖਤੀ ਸੀਗੀ। ਹੁਣ ਜੇ ਬਿੱਕਰ ਪੈਸੇ ਨਾ ਭਰੇ, ਸਾਰਾ ਬੋਝ ਜੋਗਿੰਦਰ ਤੇ ਆ ਕੇ ਡਿੱਗਣਾ ਸੀਗਾ। ਬਿੱਕਰ ਦਾ ਵਾਲ ਵੀ ਵਿੰਗਾ ਨਹੀਂ ਸੀ ਕੰਪਨੀ ਨੇ ਕਰਨਾ। ਇਸ ਲਈ ਬਿੱਕਰ ਨੇ ਬੇਪਰਵਾਹ ਹੋ ਕੇ ਕੰਨ ਮੁੱਢ ਮਾਰ ਛੱਡਿਆ ਤੇ ਫਾਈਨੈਂਸ ਕੰਪਨੀ ਦੀ ਚਿੱਠੀਆਂ ਜਦੋਂ ਆਇਆ ਕਰਨ, ਚੱਕ ਕੇ ਚੁੱਲ੍ਹੇ 'ਚ ਸਿੱਟਦਾ ਕਰੇ। ਆਪਾਂ ਕੀ ਲੈਣਾ, ਆਪਾਂ ਕਿਹੜਾ ਪੈਸੇ ਦੇਣੇ। ਹੁਣ ਤਾਂ ਬਿੱਕਰ ਦਾ ਛੋਟਾ ਭਰਾ ਮੀਤਾ, ਜਿਹੜਾ ਬਾਹਰੋਂ ਪੈਸੇ ਭੇਜਣ ਲੱਗ ਗਿਆ ਸੀ, ਬਾਹਰ ਚਲ ਗਿਆ ਸੀ, ਉਹ ਵੀ ਪੈਸੇ ਭੇਜਣ ਲੱਗ ਗਿਆ ਸੀ। ਬਿੱਕਰ ਨੇ ਕੰਪਨੀ ਦੀ ਇੱਕ ਵੀ ਕਿਸ਼ਤ ਨਾ ਲਾਈ, ਨਾ ਪਲਾਟ ਲੈਣ ਲੱਗਾ ਸ਼ਹਿਰ 'ਚ ਹੋਰ ਵੀ। ਜਦ ਫਾਈਨੈਂਸ ਕੰਪਨੀ ਚਿੱਠੀਆਂ ਪਾ ਥੱਕ ਗਈਆਂ, ਫਿਰ ਹੁਣ ਉਹਨਾਂ ਦੀ ਨਿਗਾਹ ਗਈ ਜਾਮਨ ਬਣੇ ਜੋਗਿੰਦਰ ਤੇ। ਜਾਣੀ ਹੋਈ ਸੀਗੀ ਜੋਗਿੰਦਰ ਨੇ ਜਾਮਨੀ ਭਰੀ ਸੀਗੀ, ਸਾਈਨ ਕੀਤੇ ਸੀ ਜੋਗਿੰਦਰ ਨੇ ਵੀ ਜੇ ਇਹ ਨਾ ਦਊ ਤਾਂ ਮੈਂ ਇਹਦਾ ਜ਼ਿੰਮੇਵਾਰ ਹਾਂ। ਜੋਗਿੰਦਰ ਦੇ ਲਾਏ ਗੂਠੇ ਦੀ ਫਾਈਲ ਉਹਨਾਂ ਨੇ ਲਈ ਕੱਛ 'ਚ ਤੇ ਉਹਦੇ ਘਰੇ ਆ ਗਏ। ਉੱਥੇ 70 ਵਿਛ ਗਿਆ। ਜੋਗਿੰਦਰ ਸਿੰਘ ਦੇ ਮੂੰਹ ਤੋਂ ਤਾਂ ਮੱਖੀ ਉੱਡਣੋਂ ਹਟ ਗਈ। ਉਹ ਬਾਹੋ ਦਾ ਹਿੱਸਾ ਭੱਜਾ ਹੋਇਆ ਸਰਪੰਚ ਕੋਲ ਜਾ ਗਿਆ। ਹੋਸ਼ ਉਹਦੇ ਜਮਾ ਕਾਇਮ ਨਾ। ਉਹ ਸਰਪੰਚਾ, ਉਹ ਕੱਲ ਉਹੀ ਕੀਤੀ ਉਹਨੇ ਕਲਮੂਹੇ ਨੇ। ਉਹ ਮੂਹਰੇ ਆ ਖੜੇ ਮੇਰੇ ਦਰਵਾਜ਼ੇ ਤੇ, ਮੈਂ ਹੁਣ ਦੱਸ ਕਿਹੜੀ ਮੋਰੀ ਨਿਕਲਾਂ। ਗੱਲ ਕੀ ਹੋਈ? ਇਹ ਤਾਂ ਤੈਨੂੰ ਉਦੋਂ ਸੋਚਣਾ ਚਾਹੀਦਾ ਸੀ ਜੋਗਿੰਦਰ ਸਿੰਘ, ਜਦ ਜ਼ਿੰਮੇਵਾਰੀ ਚੱਕੀ ਸੀ। ਹੁਣ ਜੇ ਜ਼ਿੰਮੇਵਾਰੀ ਚੱਕੀ ਹੈ, ਫਿਰ ਅਗਲੇ ਨੇ ਬਈ ਆਉਣਾ ਤਾਂ ਹੁਣ ਤੇਰੇ ਕੋਲ ਹੀ ਆ। ਸਰਪੰਚ ਤਾਂ ਜਮਾ ਸੱਚਾ ਸੀਗਾ, ਉਹਨੇ ਤਾਂ ਆਪਦੀ ਜਾਣੀ ਮਦਦ ਕੀਤੀ ਸੀ, ਭੀੜ ਪੈਣ ਤੇ ਕੰਮ ਹੀ ਆਇਆ ਸੀਗਾ। ਸਰਪੰਚਾ, ਉਹ ਤਾਂ ਸ਼ਹਿਰ 'ਚ ਪਲਾਟਾਂ ਦੇ ਪਲਾਟ ਖਰੀਦ ਸਿੱਟੀ ਜਾਂਦਾ ਯਾਰ। ਕੰਪਨੀ ਵਾਲੇ ਮੇਰੇ ਗੱਲ 'ਚ ਸਫਾ ਪਾਈ ਫਿਰਦੇ ਆ, ਮੈਂ ਤਾਂ ਉੱਜੜ ਜੂ। ਕੁਛ ਕਰ ਮੇਰਾ ਵੀਰ ਬਣ ਕੇ, ਕਰ ਮੇਰਾ ਕੁਛ, ਹੱਥ ਜੋੜੀ ਕਰ। ਨਹੀਂ ਤਾਂ ਸੱਚੀ ਹੁਣ ਅੱਗੇ ਉਹ ਮਰਦਾ ਸੀ ਕਿਸੇ ਦਰਖਤ ਨਾਲ, ਹੁਣ ਮੈਂ ਮਰੂ ਕਿਸੇ ਦਰਖਤ ਨਾਲ। ਤੈਨੂੰ ਮੈਂ ਦੱਸਾਂ, ਉਹ ਰੋਣ ਹਾਕਾ ਹੋ ਕੇ ਹੱਥ ਜੋੜੀ ਖੜਾ ਸੀ। ਇਹ ਤਾਂ ਮੈਂ ਉਸ ਦਿਨ ਹੀ ਪਿੱਟਿਆ ਸੀ ਜੋਗਿੰਦਰ ਸਿੰਘ। ਹੁਣ ਪਾਣੀ ਸਿਰ ਤੋਂ ਲੰਘ ਗਿਆ। ਜੇ ਤਾਂ ਤੇਰੀ ਮਾਸੀ ਦਾ ਪੁੱਤ ਤੇਰੀ ਕੋਈ ਗੱਲ ਮੰਨਦਾ ਤਾਂ ਵਾਹ ਭਲੀਆ, ਤੇ ਜੇ ਨਹੀਂ ਫਿਰ ਉਖਲੀ ਸਿਰ ਦਿੱਤਾ ਤੇ ਹੁਣ ਸੱਟਾਂ ਤਾਂ ਤੇਰੇ ਪੈਣੀਆਂ ਹੀ ਆ। ਫਿਰ ਤਾਂ ਰੱਬ ਹੀ ਰੱਖ। ਜੇ ਹੁਣ ਚੀਜ਼ ਕਰੇਗਾ, ਅਗਲੇ ਦਾਅਵਾ ਕਰਕੇ ਅਦਾਲਤ 'ਚ ਚਲੇ ਜਾਣਗੇ, ਕੁਰਕੀ ਤਾਂ ਫਿਰ ਵੀ ਹੋਣੀ ਆ। ਹੁਣ ਪੈਸੇ ਤਾਂ ਤੈਨੂੰ ਦੇਣੇ ਪੈਣੇ ਆ, ਵਕੀਲਾਂ ਦੇ ਮੂੰਹ ਵਾਧੂ ਭਰਨੇ ਪੈਣਗੇ। ਜੋਗਿੰਦਰ ਸਿੰਘ ਤਾਂ ਡਰੇ ਹੋਏ ਬੋਤੇ ਵਾਂਗੂ ਝਾਕ ਕੇ, ਉਹਨੂੰ ਹੋਸ਼ ਨਾ ਆਵੇ। ਬਿੱਕਰ ਦੇ ਪਿੰਡ ਪਹੁੰਚ ਗਿਆ ਅਗਲੇ ਦਿਨ ਹੀ। ਆਹ ਬਈ ਮਾਸੀ ਦੇ ਪੁੱਤ, ਮੁਸ਼ਕਰੀ ਹੱਸਿਆ ਬਿੱਕਰ। ਉਹ ਮਾਰੇ ਗਏ, ਉਹ ਬਿੱਕਰਾ ਪੱਟੇ ਗਏ ਓਏ। ਉਹ ਤੇਰੇ ਵਾਲਾ ਹਾਲ ਹੁਣ ਮੇਰਾ ਹੋਇਆ ਪਿਆ। ਕੀ ਹੋਇਆ ਬਈ?
ਦੱਸ, ਸਰੀਰ ਦੀ ਬਾਹਲੀ ਜਖਾਂ ਪੱਟੀ ਫਿਰਦਾ ਤੂੰ ਤਾਂ ਐਵੇਂ ਬਿਆੰਗੀ ਕਿਸੇ। ਬਿਕਰ ਯਾਦ ਆ ਬਿਕਰਾ, ਇੱਕ ਦਿਨ ਆਹੀ ਹਾਲਤ ਤੇਰੀ ਸੀ, ਜਾਂ ਤੂੰ ਭੱਜਿਆ ਭੱਜਿਆ ਮੇਰੇ ਕੋਲ ਆਇਆ ਸੀ। ਉਹ ਕੋਈ ਗੱਲ ਵੀ ਦੱਸੇਗਾ ਕਿ ਬਾਣੀ ਪਿਆ ਫਿਰੇਗਾ ਯਾਰ? ਉਹ ਯਾਰ ਉਹੀ ਫਾਈਨੈਂਸ ਕੰਪਨੀ ਵਾਲੇ ਮੇਰੇ ਘਰੇ ਆ ਚੰਬੜਿਆ, ਕਹਿੰਦੇ ਪੈਸੇ ਭਰੋ ਨਹੀਂ ਕੁਰਕੀ ਕਰਾਂਗੇ। ਅੱਛਾ ਐਂ ਕਹਿੰਦੇ ਆ? ਹੋਰ ਯਾਰ ਫਿਰ ਉਹਨਾਂ ਦੇ ਪੈਸੇ ਤਾਰ ਮੇਰਾ ਵੀਰ ਬਣ ਕੇ। ਹੈ ਉਹਨਾਂ ਨੇ ਤਾਂ ਫਿਰ ਭਾਈ ਪੈਸੇ ਤਰਵਾਉਣੇ ਹੀ ਆ ਯਾਰ। ਮੇਰੇ ਕੋਲ ਪੈਸੇ ਕਿੱਥੇ ਆ? ਬਿਕਰ ਹੁਣ ਸਿੱਧਾ ਹੀ ਮੁੱਕਰ ਗਿਆ, ਮੇਰੇ ਕੋਲ ਭਲਾ ਪੈਸੇ ਕਿੱਥੇ ਆ? ਝੱਗੇ ਚੱਕਦਾ। ਹੁਣ ਤਾਂ ਮੀਤਾ ਵੀ ਯਾਰ ਉਹ ਪੈਸੇ ਭੇਜਣ ਲੱਗ ਗਿਆ ਹੋ ਤੈਨੂੰ। ਲਾ ਮੀਤੇ ਨੇ ਸਵਾਹ ਪੈਸੇ ਭੇਜਣੇ ਆ। ਪਾਲੋ ਆ ਸੁਣ ਲੈ ਬਾਈ ਕੀ ਕਹਿੰਦਾ। ਬਾਈ ਕਹਿੰਦਾ ਹੁਣ ਤਾਂ ਮੀਤਾ ਪੈਸੇ ਬਾਹਰੋਂ ਭੇਜਦਾ ਉਹ। ਹੁਣ ਆਪਦੇ ਘਰ ਵਾਲੀ ਨੂੰ ਆਵਾਜ਼ ਮਾਰਦਾ, ਕੀ ਕਹਿੰਦੇ ਆ ਮੇਰੇ ਭਾਈ ਜੀ? ਉਹ ਵੀ ਰਸੋਈ ਚੋਂ ਖਚਰਾ ਜਿਹਾ ਹਾਸਾ ਹਾਸੀ ਹੁੰਦੀ ਆ। ਓਏ ਉਰੇ ਆ ਕੇ ਗੱਲ ਸੁਣ, ਕੰਬਲੀ ਹੋ ਰਹਾ ਹੋਵੇ ਤਾਂ ਇਹ ਤਾਂ ਪੁੱਠੀਆਂ ਗੱਲਾਂ ਕਰਦਾ। ਕਹਿੰਦਾ ਮੀਤਾ ਤੈਨੂੰ ਬਾਹਰੋਂ ਪੈਸੇ ਭੇਜਣ ਲੱਗ ਹੀ ਪਿਆ ਹੋਊ, ਹੋਰ ਨਾ ਕੁਝ ਭੇਜਣ ਲੱਗ ਗਿਆ ਹੋਵੇ। ਤੂੰ ਗੱਲਾਂ ਕਰਦਾ ਚੌੜ ਵਾਲੀਆਂ ਤੇ ਮੇਰੇ ਬੁਰਕੀ ਅੰਦਰ ਨਹੀਂ ਲੰਘਦੀ। ਮਾਸੀ ਦੇ ਪੁੱਤਾ ਕੀ ਕਹਿੰਦੇ ਆ ਭਾਈ ਜੀ? ਹਰਪਾਲ ਕੌਰ ਵੀ ਆ ਗਈ। ਕਹਿੰਦਾ ਹੁਣ ਆਖੇ ਮੀਤਾ ਪੈਸੇ ਭੇਜਣ ਲੱਗ ਪਿਆ ਹੋ ਭਾਈ ਜੀ। ਕਿਸੇ ਨੇ ਪੁੱਛਿਆ ਸੀ, ਆਖੇ ਭੇਡੋ ਕੜਾਹ ਵੰਡਦੀ ਆ। ਉਹ ਕਹਿੰਦੀ ਟੁੱਟ ਪੈਣੇ, ਮੈਂ ਤਾਂ ਆਪ ਡਿਬਕਦੀ ਫਿਰਦੀ ਆ, ਭੁੱਖੀ ਮਰਦੀ ਆ। ਤੇ ਜਿਹੜੇ ਸ਼ਹਿਰ 'ਚ ਪਲਾਟ ਕੱਟੀ ਜਾਂਦੇ ਉਹ ਹੈ, ਤੇ ਮੇਰੇ ਨਾਲ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ। ਲਾ ਹੋਰ ਕਰ ਲੋ ਘਿਓ ਨੂੰ ਭਾਂਡਾ। ਕਿਹੜੇ ਪਲਾਟ ਯਾਰ? ਜੇ ਇੱਕ ਵੀ ਪਲਾਟ ਲਿਆ ਕੇ ਸਾਬਤ ਕਰ ਦੇ ਮੈਂ ਗਲ ਬਣਾਉਣ ਨੂੰ ਤਿਆਰ ਹਾਂ। ਹੋਰ ਤਾਂ ਹੋਰ ਮੈਂ ਤਾਂ ਗੁਰਦੁਆਰੇ ਚੜ੍ਹਨ ਨੂੰ ਤਿਆਰ ਹਾਂ ਯਾਰ। ਐਵੇਂ ਗੱਲਾਂ ਕਰੀ ਜਾਣਾ, ਕਿਹੜਾ ਪਲਾਟ ਲੈ ਲਿਆ ਸੀ ਸ਼ਹਿਰ 'ਚ? ਤੇ ਯਾਰ ਹੁਣ ਮੈਂ ਦੱਸ ਕੀ ਕਰਾਂ? ਉਹ ਤਾਂ ਮੇਰੇ ਗਲ 'ਚ ਗੂਠਾ ਦੇਈ ਜਾਂਦੇ ਆ। ਉਹਨਾਂ ਨੇ ਤਾਂ ਇੱਕ ਸਿੱਕੇ ਦਾ ਪੈਸਾ ਨਹੀਂ ਛੱਡਣਾ। ਤੇ ਅਸੀਂ ਕਿੱਥੋਂ ਹੱਡ ਵੱਢ ਕੇ ਦੇ ਦਈਏ ਭਾਈ ਜੀ? ਦੱਸ ਅਸੀਂ ਕਿੱਥੋਂ ਦੇ ਦਈਏ? ਸਾਡੇ ਕੋਲ ਜੇ ਪੈਸੇ ਹੁੰਦੇ ਅਸੀਂ ਦੇ ਨਾ ਦਿੰਦੇ। ਬਿੱਕਰ ਦੀ ਜਗ੍ਹਾ ਤੇ ਹੁਣ ਹਰਪਾਲ ਕੌਰ ਮੂਹਰੇ ਬੋਲਣ ਲੱਗੀ। ਬੰਦਿਆਂ ਦੀ ਗੱਲ 'ਚ ਤੀਵੀਆਂ ਬੋਲਦੀਆਂ ਚੰਗੀਆਂ ਨਹੀਂ ਭਾਈ। ਮੈਂ ਜਾਮਨੀ ਆਪਦੇ ਭਰਾ ਦੀ ਭਰੀ ਸੀ, ਨਾ ਕਿ ਤੇਰੀ। ਹੈ ਗੂਠਾ ਮੈਂ ਇਹਦੇ ਕਰਕੇ ਲਾਇਆ ਸੀ। ਮੇਰੀ ਇਹਦੇ ਨਾਲ ਗੱਲ ਆ, ਤੇਰੇ ਨਾਲ ਮੇਰੀ ਕੋਈ ਗੱਲ ਨਹੀਂ ਭਾਈ। ਸਾਨੂੰ ਆਪਦੀ ਗੱਲ ਕਰਨ ਨੇ। ਲੈ ਤੂੰ ਬੋਲ ਲੈ ਹੁਣ। ਮੈਂ ਤਾਂ ਅੱਗੇ ਬਥੇਰੀ ਦੁਨੀਆ ਦੀ ਮਾੜੀ ਬਣਾਈ ਹੋਈ ਆ। ਹੈ ਬੁੱਲ ਟੇਰ ਕੇ ਪਿੱਛੇ ਨੂੰ ਮੁੜ ਗਿਆ ਉਹਦੇ ਘਰ ਵਾਲੇ ਨੂੰ ਕਹਿ ਕੇ। ਦੇਖ ਛੋਟੇ ਭਾਈ, 100 ਹੱਥ ਰੱਸਾ ਸਿਰੇ ਤੇ ਕੰਡ। ਮੈਂ ਤੇਰੇ ਵਕਤ ਪੈਣ ਤੇ ਕੰਮ ਆਇਆ। ਉਹ ਯਾਰ ਫਿਰ ਮੈਂ ਕਿਹੜਾ ਗੱਲੋਂ ਭੱਜਿਆ? ਪਰ ਯਾਰ ਤੂੰ ਮੇਰਾ ਕਸੂਰ ਤਾਂ ਦੱਸ। ਫਿਰ ਪਿੱਟਣ ਵਾਲਿਆਂ ਨੂੰ ਬੋਲਿਆ, ਤੇ ਮੇਰਾ ਵੀ ਤੂੰ ਉਸ ਦੱਸ ਦੇ ਯਾਰ। ਜੇ ਮੈਂ ਕਿਸੇ ਗੱਲੋਂ ਮੁਕਰਾਂ ਤਾਂ ਦੱਸ, ਤੇਰੇ ਪੈਸੇ ਦੇ ਦਿਆਂਗੇ ਅਸੀਂ। ਪਰ ਹੁਣ ਹੈ ਨਹੀਂ, ਅਸੀਂ ਕਿੱਥੋਂ ਦੇ ਦਈਏ ਯਾਰ? ਜਿਹੜਾ ਉਹ ਮੇਰੇ ਤੇ ਹੁਣ ਚੜੀ ਫਿਰਦੇ ਆ, ਮੇਰੇ ਘਰ ਦੀ ਕੁਰਕੀ ਕਰਨ ਨੂੰ ਫਿਰਦੇ ਆ। ਇਹ ਭਾਈ ਜੀ ਹੁਣ ਤੇਰਾ ਕੰਮ ਆ। ਉਹ ਫਿਰ ਬੋਲ ਪਈ, ਇਹ ਭਾਈ ਜੀ ਹੁਣ ਤੇਰਾ ਕੰਮ ਆ। ਸਾਡੇ ਕੋਲੇ ਜਦੋਂ ਪੈਸੇ ਹੋਏ ਦੁੱਧ ਵਰਗੇ ਦੇਵਾਂਗੇ, ਜਮਾ ਨਹੀਂ ਮੁੱਕਰਦੇ। ਹਰਪਾਲ ਕੌਰ ਫਿਰ ਬੋਲ। ਛੋਟੇ ਭਾਈ ਜੇ ਬੰਦਿਆਂ 'ਚ ਆਪ ਬੋਲਣ ਜੋ ਕਰੇ ਨਾ ਹੋਈਏ ਨਾ, ਧੀਮੀ ਨੂੰ ਨੱਥ ਪਾ ਕੇ ਰੱਖੀ ਦੀ ਥੋੜੀ ਜੀ। ਲੈ ਤੂੰ ਹੁਣ ਸਾਡੀਆਂ ਨੱਥਾਂ ਕਾਹਤੋਂ ਪਰਖਦਾ ਨਾ? ਤੂੰ ਹੁਣ ਸਾਡੇ ਘਰ ਕਲੇਸ਼ ਪਾਉਣਾ ਚੰਗੇ ਨਹੀਂ ਲੱਗਦੇ ਤੈਨੂੰ ਵਸਦੇ ਅਸੀਂ। ਉਹ ਫਿਰ ਬਘਿਆੜੀਆਂ ਵਾਂਗੂ ਬੋਲੀ। ਬਿੱਕਰ ਸੁੰਨ ਹੋਇਆ ਬੈਠਾ ਰਿਹਾ। ਛੋਟੇ ਭਾਈ ਮੈਂ ਤੇਰੀ ਭੀੜ ਪਈ ਤੇ ਦੇਖ ਲਾ ਕੰਮ ਆਇਆ ਸੀ। ਤੂੰ ਉਜੜਦਾ ਸੀਗਾ, ਮੈਂ ਤੇਰਾ ਸਹਾਰਾ ਬਣਿਆ ਸੀ ਕਿ ਨਹੀਂ ਬਣਿਆ ਸੀ? ਜੇ ਤੂੰ ਸਾਡੇ ਕੰਮ ਆਇਆ ਸੀ ਤਾਂ ਹੁਣ ਅਸੀਂ ਤੈਨੂੰ ਸਰੋਪਾ ਦੇ ਦਈਏ ਫਿਰ? ਬਿੱਕਰ ਹੁਣੀ ਔਖਾ ਹੀ ਬੋਲਦੇ। ਬਿੱਕਰ ਦੀ ਮਿਸਨੀ ਚੁੱਪ ਜੋਗਿੰਦਰ ਤੋਂ ਬਰਦਾਸ਼ਤ ਨਾ ਹੋਈ। ਉਹ ਚਾਹ ਪੀਤੇ ਤੋਂ ਬਿਨਾਂ ਹੀ ਵਾਪਸ ਮੁੜ ਗਿਆ। ਸਾਰੇ ਕਰਜ਼ੇ ਦੀਆਂ ਕਿਸ਼ਤਾਂ ਜੋਗਿੰਦਰ ਨੇ ਭਰੀਆਂ। ਭਰਾ ਦੀ ਮਦਦ ਕਰਦਾ ਕਰਦਾ ਲੱਖਾਂ ਦੇ ਕਰਜ਼ੇ ਥੱਲੇ ਆ ਗਿਆ। ਮਾਸੀ ਦੇ ਪੁੱਤ ਨੇ ਵਰਤਣਾ ਤਾਂ ਉਹਦੇ ਨਾਲ ਕੀ ਸੀ, ਬੋਲਬਾਣੀ ਤੋਂ ਵੀ ਬੰਦ ਹੋ ਗਈ। ਹੁਣ ਬਿੱਕਰ ਆਪਣੇ ਸਹੁਰਿਆਂ ਤੋਂ ਬਿਨਾਂ ਹੋਰ ਕਿਸੇ ਨਾਲ ਵੀ ਵਰਤਦਾ ਨਹੀਂ ਸੀ। ਰਿਸ਼ਤੇਦਾਰਾਂ ਵੱਲੋਂ ਉਹਦਾ ਮਨ ਹੀ ਇੰਨਾ ਖੱਟਾ ਹੋ ਗਿਆ ਸੀ ਕਿ ਕਿਸੇ ਨਾਲ ਵਰਤਣ ਨੂੰ ਮਨ ਹੀ ਨਹੀਂ ਸੀ ਕਰਦਾ। ਜੋਗਿੰਦਰ ਦੇ ਘਰ ਵਾਲੀ ਵੀ ਭਾਣਾ ਮੰਨਣ ਵਾਲੀ ਔਰਤ ਸੀ। ਉਹਨੇ ਇੱਕ ਵਾਰ ਵੀ ਪਤੀ ਦੇਵ ਨੂੰ ਕੋਈ ਮਿਹਣਾ ਨਹੀਂ ਸੀ ਦਿੱਤਾ ਵੀ ਆਹ ਤੂੰ ਕੀ ਕੀਤਾ, ਕਿੱਥੇ ਤੂੰ ਜਾ ਕੇ ਜਾਮ ਨਹੀਂ ਭਰਿਆ, ਹੁਣ ਸਾਰਾ ਗਾਲ ਆਪਣੇ ਪੈ ਗਿਆ। ਕੀ ਗੱਲ ਹੋ ਗਈ ਭਾ? ਕਿਹੜੀਆਂ ਸੋਚਾਂ 'ਚ ਪੈ ਗਿਆ? ਭਾਊ ਨੇ ਗੁੰਮ ਸੁੰਮ ਹੋਏ ਬੈਠੇ ਨੂੰ ਪੁੱਛਿਆ। ਬਸ ਯਾਰ ਉਹੀ ਐਵੇਂ ਬਹਿਣਾ 'ਚ ਬਹਿ ਜਾਈਦਾ। ਮੈਨੂੰ ਕਮੀਨੇ ਬਿੱਕਰ ਦੀ ਗੱਲ ਯਾਦ ਆ ਗਈ ਸੀ। ਤੂੰ ਪੀਤੀ ਦਾਰੂ ਖੋਟੀ ਨਾ ਕਰ। ਮਰੇ ਮੁਕਰੇ ਦਾ ਯਾਰ ਕੋਈ ਗਵਾਹ ਥੋੜਾ ਹੁੰਦਾ। ਪਰ ਕਦੇ ਕਦੇ ਗੱਲ ਦਿਲ ਤੇ ਚੜ ਜਾਂਦੀ ਆ। ਬੰਦੇ ਦੀ ਕਿਤੇ ਵੱਸ ਦੀ ਗੱਲ ਥੋੜਾ। ਯਾਰ ਮੇਰੇ ਨਾਲ ਚੰਗੀ ਨਹੀਂ ਕੀਤੀ, ਬਾਹਲੀ ਕਮੀਨਗੀ ਕਰ ਗਿਆ। ਮੈਂ ਤਾਂ ਮਾਸੀ ਦਾ ਪੁੱਤ ਸਮਝ ਕੇ ਹੈਲਪ ਕੀਤੀ ਸੀ। ਵਾਹ ਜੋ ਰੱਬ ਕਰਦਾ ਚੰਗਾ ਹੀ ਕਰਦਾ। ਤੈਨੂੰ ਮੈਂ ਇੱਕ ਕਥਾ ਸੁਣਾਉਣਾ, ਤੇਰਾ ਮਨ ਭੋਰਾ ਸ਼ਾਂਤ ਹੋ। ਸੁਣਾ ਫਿਰ। ਇੱਕ ਵਾਰੀ ਇੱਕ ਰਾਜਾ ਸੀ, ਉਹਦਾ ਸਲਾਹਕਾਰ ਮੰਤਰੀ ਸ਼ਿਕਾਰ ਖੇਡਣ ਗਿਆ। ਮੰਤਰੀ ਰੱਬ ਨੂੰ ਮੰਨਣ ਵਾਲਾ, ਭਾਣੇ 'ਚ ਰਹਿਣ ਵਾਲਾ ਬੰਦਾ। ਤੇ ਤੈਨੂੰ ਪਤਾ ਵੀ ਰਾਜੇ ਹੁੰਦੇ ਸੀ ਲਾਈ ਲੱਗ ਤੇ ਦਿਮਾਗ ਦੇ ਥੋਥੇ। ਕੁਦਰਤ ਰੱਬ ਦੀ। ਸ਼ਿਕਾਰ ਖੇਡਦੇ ਖੇਡਦੇ ਕਿਤੇ ਰਾਜੇ ਦੀ ਤਲਵਾਰ ਨਾਲ ਉਹਦੀ ਉਂਗਲੀ ਕੱਟੀ ਗਈ। ਮੰਤਰੀ ਨਾਲੇ ਤਾਂ ਪੱਟੀ ਪਿਆ ਕਰੇ ਤੇ ਨਾਲੇ ਆਖੀ ਜਾਇਆ ਕਰੇ ਜੋ ਰੱਬ ਕਰਦਾ ਚੰਗਾ ਹੀ ਕਰਦਾ, ਜੋ ਰੱਬ ਕਰਦਾ ਚੰਗਾ ਹੀ ਕਰਦਾ।
ਜਦੋਂ ਇਹ ਗੱਲ ਮੰਤਰੀ ਨੇ 2-4 ਵਾਰ ਕਹੀ ਤਾਂ ਰਾਜੇ ਨੂੰ ਆ ਗਿਆ ਕ੍ਰੋਧ ਵੀ ਯਾਰ ਮੇਰੀ ਉਂਗਲੀ ਕੱਟੀ ਗਈ, ਜੋ ਰੱਬ ਕਰਦਾ ਹਜੇ ਚੰਗਾ ਹੀ ਕਰਦਾ ਹੈ। ਪਰ ਜਦੋਂ ਗੱਲ ਆ ਕੇ ਇੱਥੇ ਮੁੱਕੀ ਨਾ ਤੇ ਉਸ ਤੋਂ ਬਾਅਦ ਫਿਰ ਰਾਜਾ ਸੋਚਦਾ ਵੀ ਹੁਣ ਇਹਦਾ ਮੰਤਰੀ ਦਾ ਕੀ ਕਰੀਏ। ਗੱਲ ਮੁੱਕਦੀ ਹੈ, ਰਾਜੇ ਨੇ ਮੰਤਰੀ ਨੂੰ ਖੜੇ ਪੈਰ ਬਾਹਰ ਕੱਢਤਾ, ਕਹਿੰਦਾ ਜਾ ਦਫਾ ਓਏ, ਜੋ ਰੱਬ ਕਰਦਾ ਚੰਗੇ ਕਰਦਾ, ਮੇਰੀ ਉਂਗਲੀ ਕੱਟ ਕੇ ਤੈਨੂੰ ਮਖੌਲ ਸੋਚਦੇ ਆ। ਜਦੋਂ ਰਾਜੇ ਨੇ ਮੰਤਰੀ ਨੂੰ ਬਾਹਰ ਕੱਢਤਾ ਫਿਰ ਉਹੀ ਗੱਲ ਫਿਰ ਦੁਹਰਾਈ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ। ਬਾਹਰ ਜਾਂਦਾ ਜਾਂਦਾ ਵੀ ਐਂ ਕਹੀ ਜਾਵੇ ਜੋ ਰੱਬ ਕਰਦਾ ਚੰਗਾ ਹੀ ਕਰਦਾ। ਰਾਜਾ ਆਪਣੀ ਜੂਹ ਤੋਂ ਪਾਰ ਕਿਸੇ ਜੰਗਲ 'ਚ ਚਲੇ ਗਿਆ। ਉੱਥੇ ਉਹਨੂੰ ਹੋਰ ਕਬੀਲੇ ਦੇ ਆਦਮਖੋਰ ਬੰਦੇ ਨੇ ਫੜ ਲਿਆ। ਰਾਜਾ ਦੌੜਨ ਲੱਗਾ ਤੇ ਬੇਗਾਨੇ ਪੁੱਤ ਭੱਜਣ ਦਿੰਦੇ ਆ ਕਿਤੇ, ਉਹਨਾਂ ਨੇ ਘੇਰ ਕੇ ਘੋੜੇ ਤੋਂ ਲਾ ਲਿਆ। ਰਾਜਾ ਇਕੱਲਾ ਸੀ, ਪੇਸ਼ ਕੋਈ ਨਾ ਗਈ ਤੇ ਕਬੀਲੇ ਵਾਲੇ ਬੰਦੇ ਉਹਨੂੰ ਫੜ ਕੇ ਸਰਦਾਰ ਕੋਲ ਲੈ ਗਏ। ਕਹਿੰਦੇ ਆਹ ਬੰਦਾ ਬਾਹਰਲਾ ਆਇਆ ਜੀ, ਬਾਹਰਲੇ ਬੰਦੇ ਦੀ ਬਲੀ ਦੇਣੀ ਪਣੀ ਆ। ਕਹਿੰਦੇ ਕਿਹਦੀ ਦੇਣੀ ਪਣੀ ਆ? ਉਹਨੇ ਬਥੇਰਾ ਕਿਹਾ ਮੈਂ ਤਾਂ ਰਾਜਾ, ਨਵਾ ਧਵਾ ਕੇ ਦੇਖ ਲਓ, ਮੈਂ ਸੱਚੀ ਕਹਿੰਦਾ ਮੈਂ ਕਿਸੇ ਦੇਸ਼ ਦਾ ਰਾਜਾ। ਰਾਜਾ ਹੁਣ ਪਿੱਟੀ ਜਾਵੇ ਫਲਾਣੇ ਦੇਸ਼ ਦਾ ਰਾਜਾ, ਪਰ ਗੱਲ ਸੁਣਦਾ ਅਨਪੜ੍ਹ ਲਾਣੇ 'ਚ ਸੁਣਨੀ ਕਿਹਨੇ ਸੀਗੇ? ਜਿਵੇਂ ਕਦੇ ਕਿਸੇ ਨੂੰ ਪਤਾ ਹੀ ਨਾ ਹੋਵੇ ਕਿ ਰਾਜਾ ਹੁੰਦਾ ਕੀ ਆ। ਉਹ ਤੈਨੂੰ ਯਾਰ ਦਾਰੂ ਪਚਦੀ ਨਹੀਂ, ਕੀ ਕਥਾ ਸੁਣਾਈ ਜਾਂਦਾ? ਉਹ ਤੂੰ ਸਿੱਧੀ ਤਰ੍ਹਾਂ ਸੁਣ ਤਾਂ ਸਹੀ, ਗਾਹਾਂ ਹੋਇਆ ਕੀ ਆ, ਤੂੰ ਸੁਣ, ਤੈਨੂੰ ਚੰਗੀ ਲੱਗਣੀ ਹੈ। ਚਲੋ ਜੀ, ਰਾਜੇ ਨੂੰ ਨਵਾ ਧਵਾ ਕੇ ਲੈ ਗਏ, ਬਲੀ ਦੇਣ ਲਈ ਤਿਆਰ ਕਰ ਲਿਆ। ਸਰਦਾਰ ਅੱਗੇ ਪੇਸ਼ ਕੀਤਾ ਗਿਆ। ਜਦੋਂ ਉਹਦੀ ਤਲਾਸ਼ੀ ਲਈ ਗਈ ਵੀ ਕੁਝ ਹੈ ਤਾਂ ਨਹੀਂ ਗੀ, ਰਾਜੇ ਦੀ ਤਲਾਸ਼ੀ ਲੈਂਦੇ ਤੇ ਦੇਖਿਆ ਕਿ ਉਹਦੀ ਤਾਂ ਇੱਕ ਉਂਗਲ ਹੈ ਨਹੀਂ ਗੀ। ਕਹਿੰਦੇ ਵੀ ਇਹਦੀ ਆਪਾਂ ਹੁਣ ਬਲੀ ਨਹੀਂ ਦੇ ਸਕਦੇ। ਉਹ ਕਿਉਂ? ਕਹਿੰਦੇ ਬਲੀ ਦੇਣ ਲਈ ਬੰਦਾ ਹੋਣਾ ਚਾਹੀਦਾ ਪੂਰਾ, ਇਹਦੀ ਉਂਗਲ ਕੱਟੀ ਹੋਈ ਹੈ, ਇਹ ਬੰਦਾ ਹੈਗਾ ਅਧੂਰਾ, ਇਹਦੀ ਉਂਗਲ ਕੱਟੀ ਹੋਈ ਕਰਕੇ ਆਪਾਂ ਇਹਦੀ ਬਲੀ ਨਹੀਂ ਦੇ ਸਕਦੇ। ਅੱਛਾ, ਕਹਿੰਦਾ ਵਾਹ ਵੀ ਵਾਹ। ਚਲੋ ਜੀ, ਰਾਜੇ ਦਾ ਖੜਾ ਛੁੱਟ ਗਿਆ ਤੇ ਉਹ ਜਦੋਂ ਆਪਣੇ ਰਾਜ ਭਾਗ 'ਚ ਵਾਪਸ ਆਇਆ ਉਹ ਕਹਿੰਦਾ ਮੰਤਰੀ ਲੱਭ ਕੇ ਲਿਆਓ। ਸਿਪਾਹੀਆਂ ਨੇ ਮੰਤਰੀ ਨੂੰ ਲੱਭ ਲਿਆਂਦਾ। ਰਾਜੇ ਨੇ ਉੱਠ ਕੇ ਮੰਤਰੀ ਨੂੰ ਜੱਫੀ ਪਾ ਲਈ। ਰਾਜਾ ਕਹਿੰਦਾ ਵੀ ਗੱਲ ਸੁਣ ਲੈ ਮੰਤਰੀ, ਜੋ ਤੂੰ ਕਹਿੰਦਾ ਹੁੰਦਾ ਸੀ ਨਾ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਮੈਨੂੰ ਗੁੱਸਾ ਤੇਰੇ ਤੇ ਬਹੁਤ ਚੜ੍ਹਦਾ ਸੀ ਜਦੋਂ ਮੇਰੀ ਉਂਗਲੀ ਕੱਟੀ ਗਈ। ਤੂੰ ਕਿਹਾ ਕਿ ਜੋ ਰੱਬ ਕਰਦਾ ਚੰਗਾ ਹੀ ਕਰਦਾ, ਸੱਚੀ ਗੱਲ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ। ਜੇ ਕਿਤੇ ਅੱਜ ਮੇਰੀ ਉਂਗਲੀ ਹੁੰਦੀ ਤੇ ਮੈਨੂੰ ਤਾਂ ਉੱਥੇ ਬਲੀ ਮੇਰੀ ਦਿੱਤੀ ਲਈ ਸੀ, ਮੇਰਾ ਤਾਂ ਹੋ ਗਿਆ ਸੀ ਕੰਮ, ਬਸ ਪਾਤਾ ਸੀ ਭੋਗ। ਬਸ ਉਹਨਾਂ ਨੇ ਮੇਰੀ ਉਂਗਲੀ ਵੱਡੀ ਦੇਖ ਲਈ, ਕਹਿੰਦੇ ਇਹ ਬੰਦਾ ਪੂਰਾ ਨਹੀਂ ਹੈ, ਬੰਦਾ ਅਧੂਰਾ, ਇਹਦੀ ਬਲੀ ਦਿੱਤੀ ਨਹੀਂ ਜਾ ਸਕਦੀ। ਸੱਚੀ ਗੱਲ ਆ, ਜੇ ਮੇਰੀ ਉਦੋਂ ਉਂਗਲੀ ਨਾ ਵੱਡੀ ਹੁੰਦੀ ਅੱਜ ਮੇਰੀ ਬਲੀ ਦਿੱਤੀ ਜਾਣੀ ਸੀ। ਜੋ ਰੱਬ ਕਰਦਾ ਚੰਗਾ ਹੀ ਕਰਦਾ, ਇਹ ਗੱਲ ਤਾਂ ਤੇਰੀ ਮੈਂ ਗਿਆ ਮੰਨ, ਪਰ ਜਦੋਂ ਮੈਂ ਤੈਨੂੰ ਬਾਹਰ ਕੱਢਿਆ ਉਦੋਂ ਤਾਂ ਨਹੀਂ ਰੱਬ ਨੇ ਤੇਰੇ ਨਾਲ ਤਾਂ ਕੋਈ ਚੰਗਾ ਨਾ ਕੀਤਾ, ਪਰ ਤੂੰ ਉਦੋਂ ਵੀ ਕਹੀ ਜਾਵੇਂ ਜੋ ਰੱਬ ਕਰਦਾ ਚੰਗਾ ਹੀ ਕਰਦਾ। ਉਹ ਕਹਿੰਦਾ ਜੀ ਮੈਂ ਤਾਂ ਹੁਣ ਵੀ ਕਹਿੰਦਾ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ। ਜੇ ਤੁਸੀਂ ਮੈਨੂੰ ਬਾਹਰ ਨਾ ਕੱਢਦੇ ਮੈਨੂੰ ਤੁਹਾਡੇ ਨਾਲ ਜਾਣਾ ਪੈਣਾ ਸੀ। ਤੁਹਾਡੀ ਤਾਂ ਕੱਟੀ ਹੋਈ ਸੀ ਉਂਗਲ, ਤੁਸੀਂ ਤਾਂ ਗਏ ਬਚ, ਤੇ ਉਹਨਾਂ ਨੇ ਫਿਰ ਦੂਜੀ ਤਲਾਸ਼ੀ ਲੈਣੀ ਸੀ ਮੇਰੀ, ਮੇਰੇ ਤਾਂ ਅੰਗ ਪੂਰੇ ਸੀ, ਫਿਰ ਬਲੀ ਮੇਰੀ ਦਿੱਤੀ ਜਾਣੀ ਸੀ। ਇਸ ਕਰਕੇ ਮੈਂ ਕਹਿੰਦਾ ਸੀ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ। ਬਚ ਤੁਸੀਂ ਵੀ ਗਏ ਤੇ ਬਚ ਮੈਂ ਵੀ ਗਿਆ। ਉਹ ਨਹੀਂ ਹੋ ਰਹੀ ਸਭ ਭਾਊ। ਜੋਗਿੰਦਰ ਨੇ ਭਾਊ ਨੂੰ ਥਾਪੀ ਦੀ ਤੇ ਖੁਸ਼ ਹੋ ਗਿਆ ਵੀ ਹਾਂ ਜੋ ਰੱਬ ਕਰਦਾ ਚੰਗਾ ਹੀ ਕਰਦਾ। ਤੇ ਇਹ ਬਿੱਕਰ ਵਰਗਿਆਂ ਦੀ ਜਿਹੜੀ ਗੱਲ ਹੈ ਨਾ, ਇਹ ਵੀ ਭਾਗ ਕਿਤੇ ਨਾ ਕਿਤੇ ਤੇਰੇ ਹੱਕ 'ਚ ਹੀ ਜਾਊਗੀ। ਜੋ ਰੱਬ ਨੇ ਕੀਤਾ ਚੰਗਾ ਹੀ ਕੀਤਾ, ਪਰ ਭਾਊ ਬੰਦੇ ਨੂੰ ਯਾਰ ਗੁੱਸਾ ਤਾਂ ਚੜ੍ਹਦਾ ਹੀ ਹੈ। ਉਹੀ ਗੱਲ ਯਾਰ, ਫਿਰ ਚੌਂਕੀਦਾਰਾਂ ਦਾ ਕੁੱਤਾ ਹਮੇਸ਼ਾ ਪਾਟੇ ਢੋਲ 'ਚ ਵੜ ਕੇ ਭੌਂਕਦਾ। ਤੇ ਉਹੀ ਗੱਲ ਇਹਨਾਂ ਬਿੱਕਰ ਵਰਗਿਆਂ ਦੀ ਹੈ। ਇਹ ਔਰਤਾਂ ਦੀਆਂ ਕੱਛਾਂ ਪਿੱਛੇ ਹੋ ਕੇ ਲਲਕਾਰੇ ਮਾਰਨ ਵਾਲੀ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਤੂੰ ਇਸ ਗੱਲ ਦਾ ਬਹੁਤਾ ਝੋਰਾ ਨਾ ਕਰ ਮਨ ਨੂੰ, ਸੋਚਿਆ ਕਰ ਵੀ ਜੋ ਰੱਬ ਨੇ ਕੀਤਾ ਚੰਗਾ ਹੀ ਕੀਤਾ। ਬਸ ਪੈਸਾ ਤਾਂ ਹੱਥਾਂ ਦੀ ਮੈਲ ਆ, ਕਦੇ ਆ ਜਾਂਦਾ ਕਦੇ ਚਲੇ ਜਾਂਦਾ। ਇੰਨੇ ਨੂੰ ਉਹਨਾਂ ਨੇ ਬੋਤਲ ਖਤਮ ਕਰਤੀ ਤੇ ਘਰ ਨੂੰ ਤੁਰ ਪਏ। ਇਹ ਸੀ ਅੱਜ ਦੀ ਕਹਾਣੀ, ਆ ਸਕੇ ਤੁਹਾਨੂੰ ਚੰਗੀ ਲੱਗੀ ਹੋਏਗੀ। ਸਟੂਡੀਓ ਦਾ ਨੰਬਰ 905 564 64 44 ਹੈ। ਜੋ ਰੱਬ ਕਰਦਾ ਚੰਗਾ ਹੀ ਕਰਦਾ।